ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉ ਚਾਲੈ ਗੁਰ ਚਾਲੀ ਸਤਿਗੁਰ ਦਇਆ ਕਰੈ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਇਆਲਾ ਨਾਨਕ ਘਰ ਕੇ ਗੋਲੇ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਸੁਭਾਏਮਾਨ ਜੁੜ ਬੈਠੇ ਗੁਰੂ ਪਿਆਰੇ ਸਤ ਸੰਗੀ ਜਨੋ, ਆਪ ਸਮੁੱਚੀ ਸੰਗਤ ਖਾਲਸਾ ਪੰਥ ਦੇ ਪ੍ਰਗਟ ਦਿਵਸ ਦੀਆਂ ਸਾਜਨਾ ਦਿਵਸ ਦੀਆਂ ਉਹ ਘੜੀਆਂ ਨੂੰ ਚੇਤੇ ਕਰਦਿਆਂ ਹੋਇਆਂ ਇਸ ਅਸਥਾਨ ਦੇ ਉੱਤੇ ਇਹ ਸਮਾਗਮ ਕਰ ਰਹੇ ਹੋ ਔਰ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਜਾਣਨ ਦਾ ਯਤਨ ਕਰ ਰਹੇ ਹਾਂ ਕਿ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਮਨੁੱਖਤਾ ਵਾਲਾ ਗੁਣ ਦੇ ਕੇ ਉਹ ਕਿਹੜਾ ਮਾਰਗ ਹੈ ਜਿਸ ਮਾਰਗ ਤੇ ਸਾਨੂੰ ਚੱਲਣ ਲਈ ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਔਰ ਬਾਣੀ ਦੀਆਂ ਬਖਸ਼ਿਸ਼ਾਂ ਦਿੱਤੀਆਂ। ਉਸ ਮੁਤਾਬਕ ਅੱਜ ਦੇ ਇਸ ਸਮਾਗਮ ਦੇ ਵਿੱਚ ਬੜੇ ਪਿਆਰ ਸਤਿਕਾਰ ਨਾਲ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਨ ਕੀਤਾ ਹੈ। ਜੋ ਦਾਸ ਨੂੰ ਵਿਸ਼ਾ ਮਿਲਿਆ ਖਾਲਸੇ ਦਾ ਨਿਆਰਾਪਨ ਔਰ ਜੋ ਪੰਜ ਕਕਾਰਾਂ ਰੂਪੀ ਵਰਦੀ ਹੈ ਜੋ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ੀ ਹੈ, ਇਸ ਆਧਾਰ ਤੇ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਆਪਣਾ ਮਿਹਰ ਦਾ ਹੱਥ ਰੱਖਣ, ਨਿਮਾਣੇ ਜੇ ਹੋ ਕੇ ਇਕਾਗਰਤਾ ਬਣਾਉਂਦਿਆਂ ਗੁਰਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਮਾਰਗ ਸਿੱਖ ਤੋਂ ਸਿੰਘ ਦਾ ਮਾਰਗ ਹੈ। ਇਹ ਮਾਰਗ ਬਾਣੀ ਤੋਂ
ਬਾਣੀ ਤੱਕ ਦਾ ਮਾਰਗ ਹੈ। ਇਹ ਜਿਹੜਾ ਮਾਰਗ ਹੈ ਇਹ ਲੋਕ ਤੋਂ ਪਰਲੋਕ ਤੱਕ ਦਾ ਹੈ। ਇਹ ਉਹ ਮਾਰਗ ਹੈ ਜੋ ਸਾਡਾ ਮਨ ਤੋਂ ਸਾਡੀ ਆਤਮਾ ਦਾ ਹੈ। ਪਰ ਜਿਹੜਾ ਇਹ ਮਾਰਗ ਹੈ ਫਿਰ ਸਮਝ ਕੇ ਚੱਲਣਾ। ਸਿੱਖ ਤੋਂ ਸਿੰਘ ਤੱਕ ਦਾ ਮਾਰਗ, ਬਾਣੀ ਤੋਂ ਬਾਣੀ ਤੱਕ ਦਾ ਮਾਰਗ, ਲੋਕ ਤੋਂ ਪਰਲੋਕ ਤੱਕ ਦਾ ਮਾਰਗ, ਮਨ ਤੋਂ ਆਤਮਾ ਤੱਕ ਦਾ ਮਾਰਗ, ਇਹ ਸੁਖਾਲਾ ਨਹੀਂ ਹੈ। ਇਸ ਮਾਰਗ ਨੂੰ ਬਿਖਮ ਮਾਰਗ ਆਖਿਆ। ਇਹ ਕਠਿਨ ਹੈ ਮਾਰਗ, ਪਰ ਸੱਚ ਇਹ ਵੀ ਹੈ ਕਿ ਇਸ ਮਾਰਗ ਤੇ ਚੱਲਣ ਤੋਂ ਬਿਨਾਂ ਕਾਮਯਾਬੀ ਵੀ ਨਹੀਂ ਮਿਲਣੀ। ਜੇ ਅਸੀਂ ਕਹੀਏ ਵੀ ਇਹ ਬਿਖਮ ਹੈ, ਇਹ ਰਸਤਾ ਔਖਾ ਹੈ, ਤੇ ਛੱਡ ਦਿਓ ਕੋਈ ਹੋਰ ਸੌਖਾ ਰਸਤਾ ਅਪਣਾ ਲਈਏ, ਇਸ ਰਸਤੇ ਨੂੰ ਛੱਡ ਕੇ ਕਿਸੇ ਹੋਰ ਰਸਤੇ ਤੇ ਚੱਲ ਕੇ ਵੀ ਕਾਮਯਾਬੀ ਨਹੀਂ ਮਿਲਣੀ। ਇਸੇ ਲਈ ਸਾਨੂੰ ਸਮਾਜ, ਸੰਸਾਰ ਔਰ ਇਹ ਸੰਸਾਰੀ ਲੋਕਾਂ ਤੋਂ ਨਿਆਰਾ ਰੱਖਿਆ ਹੈ। ਨਿਆਰਾਪਨ ਦਾ ਮਤਲਬ ਕੀ ਹੈ ਕਿ ਜੋ ਸਮਾਜ ਵਿੱਚ ਰੀਤੀ ਰਿਵਾਜ ਨੇ, ਜੋ ਰਸਮਾਂ ਨੇ, ਜੋ ਦਿਨ ਤਿਉਹਾਰ ਨੇ, ਗੁਰੂ ਕੇ ਸਿੱਖ ਨੇ ਉਸ ਰਸਤੇ ਤੋਂ ਹਟ ਕੇ ਉਸ ਰਾਹ ਉੱਤੇ ਤੁਰਨਾ, ਜਿਸ ਰਾਹ ਉੱਤੇ ਕੋਈ ਵਹਿਮ ਭਰਮ ਨਹੀਂ ਹੁੰਦਾ, ਜਿਸ ਰਾਹ ਦੇ ਉੱਪਰ ਕੋਈ ਕਿਸੇ ਪ੍ਰਕਾਰ ਦਾ ਕਰਮ ਕਾਂਡ ਨਹੀਂ ਹੁੰਦਾ। ਜੇ ਆਪਾਂ ਸੰਸਾਰ ਨੂੰ ਵੇਖੀਏ ਤੇ ਸੰਸਾਰ 7 ਵਾਰ ਵਿੱਚ ਵੀ ਫਸਿਆ ਹੋਇਆ ਹੈ। 15 ਥਿੱਤਾਂ ਦੇ ਜਾਲ ਵਿੱਚ ਵੀ ਸੰਸਾਰੀ ਜੀਵ ਫਸੇ ਹੋਏ ਨੇ, ਔਰ 12 ਮਹੀਨਿਆਂ ਦੇ ਵਿੱਚ ਵੀ ਇਹ ਸੰਸਾਰੀ ਲੋਕ ਫਸੇ ਹੋਏ ਨੇ। ਪਰ ਜਿਸ ਮਾਰਗ ਤੇ ਸਾਨੂੰ ਮਹਾਰਾਜ ਨੇ ਤੋਰਿਆ ਹੈ, ਉੱਥੇ ਅਸੀਂ 7 ਵਾਰ, 15 ਥਿੱਤਾਂ ਔਰ 12 ਮਹੀਨਿਆਂ ਨੂੰ ਸਮਝ ਕੇ ਚੱਲਣਾ ਹੈ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ 7 ਵਾਰ ਵੀ ਦਿੱਤੇ ਨੇ, 15 ਥਿੱਤਾਂ ਵੀ ਦਿੱਤੀਆਂ ਨੇ, ਔਰ 12 ਮਹਾਂ ਦੇ ਰੂਪ ਵਿੱਚ 12 ਮਹੀਨੇ ਵੀ ਦਿੱਤੇ ਆ। ਇਹ ਹੈ ਸਾਡਾ ਨਿਆਰਾਪਨ ਕਿ ਸੰਸਾਰ ਜਿਹੜੇ ਤੀਰਥ ਸੰਸਾਰਿਕ ਤਲ ਉਤੇ ਇਸ ਧਰਤੀ ਤੇ ਬਣਾਏ ਗਏ ਆ, ਉਹ ਸਾਰੇ ਦੇ ਸਾਰੇ ਹੀ ਜਿੰਨੇ ਵੀ ਤੀਰਥ ਨੇ ਉਹ ਪਾਣੀ ਦੇ ਨਾਲ ਜੁੜੇ ਆ। ਪਰ ਜਿਸ ਤੀਰਥ ਦੇ ਨਾਲ ਸਾਨੂੰ ਜੋੜਿਆ ਉਹ ਬਾਣੀ ਨਾਲ ਜੁੜਿਆ ਹੋਇਆ ਹੈ, ਉਹ ਨਾਮ ਦੇ ਨਾਲ ਜੁੜਿਆ ਹੋਇਆ ਹੈ। ਇਹ ਹੈ ਨਿਆਰਾਪਨ ਕਿ ਜਦੋਂ ਕੋਈ ਐਸੀ ਥਿੱਤ, ਕੋਈ ਐਸਾ ਵਾਰ, ਕੋਈ ਐਸਾ ਮਹੀਨਾ ਆਏ ਤੇ ਸਾਡੇ ਮਨਾਂ ਵਿੱਚ ਖਿਆਲ ਆਉਂਦਾ ਹੈ ਕਿ ਫਲਾਣੇ ਤੀਰਥ ਤੇ ਜਾ ਕੇ ਇਸ਼ਨਾਨ ਕਰੀਏ, ਬੜਾ ਫਲ ਮਿਲਦਾ ਹੈ। ਫਲਾਣੇ ਤੀਰਥ ਤੇ ਜਾ ਕੇ ਚੁੱਭੀ ਲਾਵਾਂਗੇ, ਬੜਾ ਫਲ ਮਿਲਦਾ ਹੈ। ਦਾਨ ਪੁੰਨ ਕਰਾਂਗੇ, ਬੜਾ ਫਲ ਮਿਲਦਾ ਹੈ। ਉਹ 68 ਤੀਰਥ ਜਿਹੜੇ ਆ ਉਹਨਾਂ ਦੀ ਗਿਣਤੀ ਕੀਤੀ ਗਈ ਹੈ, ਪਰ 68 ਦੇ 68 ਹੀ ਪਾਣੀ ਨਾਲ ਜੁੜੇ ਆ। ਪਰ ਮਹਾਰਾਜ ਕਹਿੰਦੇ ਜਿਸ ਤੀਰਥ ਨਾਲ ਤੈਨੂੰ ਜੋੜਨਾ ਉਹ ਪਾਣੀ ਨਹੀਂ, ਬਾਣੀ ਨਾਲ ਜੁੜਿਆ ਹੋਇਆ ਹੈ। ਇਹ ਹੈ ਨਿਆਰਾਪਨ। ਹੁਣ ਪਾਣੀ ਵਾਲੇ ਤੀਰਥ ਤੋਂ ਨਿਕਲ ਕੇ ਬਾਣੀ ਦੇ ਤੀਰਥ ਤੇ ਆਉਣਾ, ਇਹੀ ਤੇ ਕਠਿਨਾਈ ਹੈ, ਇਹੀ ਤੇ ਔਖਾ ਹੈ। ਸੰਸਾਰੀਆਂ ਦੀ ਚਾਲ ਨੂੰ ਬਿਖਮ ਮਾਰਗ ਨਹੀਂ ਆਖਿਆ। ਜਿਹੜੇ ਭਗਤ ਜਨ ਨੇ ਉਹਨਾਂ ਨੂੰ ਆਖਿਆ ਵੀ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਇਹ ਹੈ ਸਾਡਾ ਨਿਆਰਾਪਨ। ਔਰ ਜਿਸ ਮਾਰਗ ਤੇ ਸੰਸਾਰ ਚੱਲ ਰਿਹਾ ਹੈ, ਅਸੀਂ ਉਹਦੇ ਤੋਂ ਉਲਟ ਹੋ ਕੇ ਚੱਲਣਾ ਹੈ। ਅਸੀਂ ਉਸ ਮਾਰਗ ਤੋਂ ਉਲਟ ਹੋ ਕੇ ਚੱਲਣਾ ਹੈ। ਜਿਸ ਦਿਨ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਦੇ ਦਰ ਤੇ ਆ ਕੇ ਗੁਰਮਤ ਸਮਝ ਆ ਗਈ, ਬਾਹਰ ਜਿਹੜਾ ਜਥਾ ਬੈਠਾ ਸੀ, ਭਾਈ ਲਹਿਣਾ ਜੀ ਨੇ ਆਖਿਆ ਵੀ ਹੁਣ ਮੇਰਾ ਰਸਤਾ ਬਦਲ ਗਿਆ, ਅੱਜ ਤੋਂ ਮੈਂ ਇਸ ਰਸਤੇ ਨਹੀਂ ਜਾਣਾ, ਅੱਜ ਤੋਂ ਮੇਰਾ ਰਸਤਾ ਹੈ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਆਉਂਦਾ।
ਇਹ ਹੈ ਨਿਆਰਾਪਨ। ਗੁਰੂ ਅਮਰਦਾਸ ਮਹਾਰਾਜ ਜੀ ਬਾਹਰ ਦੇ ਤੀਰਥਾਂ ਤੇ ਜਾਂਦੇ ਨੇ, ਪਰ ਜਿਸ ਦਿਨ ਗੁਰੂ ਅੰਗਦ ਸਾਹਿਬ ਦੇ ਘਰ ਵਿੱਚ ਆਏ ਜਾਂ ਜਿਸ ਦਿਨ ਬੀਬੀ ਅਮਰੋ ਜੀ ਕੋਲੋਂ ਸ਼ਬਦ ਸੁਣਿਆ, ਉਸੇ ਵੇਲੇ ਰਸਤਾ ਬਦਲ ਗਿਆ। ਜਦੋਂ ਅਸੀਂ ਕਿਸੇ ਰਾਹ ਉੱਤੇ ਤੁਰ ਰਹੇ ਹਾਂ, ਬੜੇ ਧਿਆਨ ਨਾਲ ਸਮਝਣਾ, ਜਿਸ ਰਾਹ ਉੱਤੇ ਅਸੀਂ ਤੁਰ ਰਹੇ ਹਾਂ ਸਾਨੂੰ ਪਤਾ ਲੱਗੇ ਇਹ ਗਲਤ ਹੈ, ਮੰਜ਼ਿਲ ਵੱਲ ਨਹੀਂ ਜਾਂਦਾ, ਕੀ ਕਰੋਗੇ? ਉਸੇ ਵੇਲੇ ਯੂ ਟਰਨ, ਉਸੇ ਵੇਲੇ ਤੁਸੀਂ ਉੱਥੋਂ ਵਾਪਸੀ ਕਰੋਗੇ, ਕਿਉਂਕਿ ਅੱਗੇ ਮੰਜ਼ਿਲ ਨਹੀਂ ਹੈ, ਅੰਜਲ ਅੱਗੇ ਮੁਕਾਮ ਨਹੀਂ ਹੈ। ਜਦੋਂ ਤੁਹਾਨੂੰ ਗੁਰਮਤ ਸਮਝ ਆ ਜਾਏਗੀ, ਉੱਥੋਂ ਹੀ ਫਿਰ ਸਾਡਾ ਯੂ ਟਰਨ ਹੈ, ਉੱਥੋਂ ਹੀ ਸਾਡੀ ਵਾਪਸੀ ਹੈ। ਵੀ ਨਹੀਂ, ਹੋਰ ਕਰਮ ਕਾਂਡ ਨਹੀਂ ਕਰਨੇ, ਹੋਰ ਬਾਹਰ ਤੀਰਥਾਂ ਦਾ ਭਰਮਣ ਹੁਣ ਨਹੀਂ ਹੋਵੇਗਾ, ਕਿਉਂਕਿ ਹੁਣ ਅੰਦਰ ਉਸ ਤੀਰਥ ਤੇ ਇਸ਼ਨਾਨ ਕਰਨਾ ਜਿਹਦੇ ਨਾਲ ਅੰਦਰ ਦੀ ਮਲ ਉਤਰ ਜਾਏ। ਹੁਣ ਜਿਹੜਾ ਮਾਰਗ ਗੁਰੂ ਨਾਨਕ ਸਾਹਿਬ ਜੀ ਨੇ ਆਰੰਭਿਆ, ਧਿਆਨ ਰੱਖਿਓ, ਅਸੀਂ ਖਾਲਸਾ ਪ੍ਰਗਟ ਹੋਇਆ ਹੈ। ਕਈ ਸ਼ਬਦ ਖਾਲਸਾ ਜਨਮ ਦਿਨ ਜਿਹੜਾ ਉਹ ਕਹਿੰਦੇ ਆ ਕਿ ਖਾਲਸੇ ਦਾ ਜਨਮ ਦਿਨ ਹੈ, ਜਨਮ ਨਹੀਂ ਹੈ, ਖਾਲਸਾ ਪ੍ਰਗਟ ਹੋਇਆ ਹੈ। ਜੇ ਜਨਮ ਸ਼ਬਦ ਵਰਤਦੇ ਹੋ ਤੇ ਜਨਮ ਦਾ ਉਲਟ ਸ਼ਬਦ ਵੀ, ਵਿਰੋਧੀ ਸ਼ਬਦ ਵੀ ਵਰਤਣਾ ਪਏਗਾ। ਇਸ ਲਈ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਇਹ ਪਰਮਾਤਮ ਕੀ ਮੌਜ ਵਿੱਚ ਪ੍ਰਗਟ ਹੋਇਆ ਹੈ। ਕਿਉਂ ਪ੍ਰਗਟ ਹੋਇਆ? ਕਿਉਂਕਿ ਸਾਡੀ ਸ਼ੁਰੂਆਤ ਹੀ ਪ੍ਰਗਟ ਤੋਂ ਹੈ। ਗੁਰੂ ਨਾਨਕ ਸਾਹਿਬ ਦੇ ਪਰਥਾਏ ਆਪਾਂ ਪੜ੍ਹਦੇ ਹਾਂ, ਪ੍ਰਗਟ ਹੋਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਥਾਏ ਪੜ੍ਹਦੇ ਹਾਂ, ਪ੍ਰਗਟ ਹੋਏ। ਗੁਰੂ ਗ੍ਰੰਥ ਸਾਹਿਬ ਜੀ ਪਰਥਾਏ ਆਪਾਂ ਪੜ੍ਹਦੇ ਹਾਂ, ਪ੍ਰਗਟ ਹੋਏ। ਤੇ ਫਿਰ ਖਾਲਸੇ ਦਾ ਜਨਮ ਨਹੀਂ, ਖਾਲਸਾ ਵੀ ਪ੍ਰਗਟ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਭਾਈ ਗੁਰਦਾਸ ਜੀ ਨੇ ਆਖਿਆ, ਸਤਿਗੁਰ ਨਾਨਕ ਪ੍ਰਗਟਿਆ। ਇਹਦਾ ਮਤਲਬ ਜੋ ਪਹਿਲਾਂ ਸੀ ਪ੍ਰਗਟ ਉਹੀ ਹੁੰਦਾ ਹੈ, ਜੋ ਪਹਿਲਾਂ ਨਹੀਂ ਹੈ ਉਹ ਪ੍ਰਗਟ ਵੀ ਨਹੀਂ ਹੋ ਸਕਦਾ। ਕਈ ਵਾਰ ਨਾ ਅਸੀਂ ਕਿਸੇ ਬੰਦੇ ਨੂੰ ਲੱਭ ਰਹੇ ਹੁੰਨੇ ਆ ਤੇ ਉਹ ਕਮਰੇ ਵਿੱਚੋਂ ਨਿਕਲ ਜਾਂਦਾ ਹੈ, ਅਸੀਂ ਕਹਿੰਦੇ ਆ ਕਿੱਥੋਂ ਪ੍ਰਗਟ ਹੋ ਗਿਆ। ਇਹ ਸ਼ਬਦਾਵਲੀ ਵਰਤਦੇ ਆ ਨਾ ਵੀ ਤੂੰ ਕਿੱਥੋਂ ਪ੍ਰਗਟ ਹੋ ਗਿਆ, ਇਹਦਾ ਮਤਲਬ ਪਹਿਲਾਂ ਸੀ ਤਾਂ ਹੀ ਪ੍ਰਗਟ ਹੋਇਆ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਤੇ ਨਿਰੰਕਾਰ ਨੂੰ ਕੀ ਕਰਨਾ ਹੈ? ਪ੍ਰਗਟ ਹੀ ਤੇ ਕਰਨਾ ਹੈ। ਉਹ ਸਭਨਾਂ ਵਿੱਚ ਸਮਾਇਆ ਹੋਇਆ ਹੈ। ਜਿਵੇਂ ਦੁੱਧ ਵਿੱਚੋਂ ਮੱਖਣ ਪ੍ਰਗਟ ਕਰਨਾ ਹੈ, ਇਸੇ ਤਰ੍ਹਾਂ ਸੰਸਾਰ ਚੋਂ ਨਿਰੰਕਾਰ ਪ੍ਰਗਟ ਕਰਨਾ ਹੈ। ਗੁਰੂ ਨਾਨਕ ਸਾਹਿਬ ਲਈ ਅਸੀਂ ਸ਼ਬਦ ਵਰਤਿਆ ਪ੍ਰਗਟ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਲਈ ਕੀ ਵਰਤਿਆ? ਵੈ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ। ਤੇ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਪਰਥਾਏ ਆਪਾਂ ਕੀ ਪੜ੍ਹਦੇ ਆਂ? ਆਗਿਆ ਭਈ ਅਕਾਲ ਕੀ ਤਬਹਿ ਚਲਾਇਓ, ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ। ਇਹ ਪ੍ਰਗਟ ਹੈ। ਤੇ ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਪੰਥ ਦੀ ਸਿਰਜਣਾ ਕਰਦੇ ਆ, ਤੇ ਉਸ ਦਿਨ ਵੀ ਇਹ ਸ਼ਬਦ ਵਰਤਿਆ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਪਰਮਾਤਮ ਦੀ ਮੌਜ ਵਿੱਚ ਪ੍ਰਗਟ ਹੋਇਆ। ਇਹ ਅਕਾਲ ਪੁਰਖ ਦੀ ਫੌਜ ਪ੍ਰਗਟ ਹੋਈ ਹੈ, ਇਹ ਕਿਸੇ ਮੁਲਕ ਦੀ ਫੌਜ ਨਹੀਂ। ਜੇ ਜਿੰਨੇ ਅੱਜ ਤੱਕ ਘੱਲੂ ਘਾਰੇ ਹੋਏ ਨੇ, ਸਾਕੇ ਵਰਤੇ ਨੇ, ਜਿੰਨੇ ਅੱਜ ਤੱਕ ਖਾਲਸੇ ਨੂੰ ਜੰਗਲ ਵਿੱਚ ਵੀ ਰਹਿਣਾ ਪਿਆ, ਘਾਹ ਪੱਤੇ ਖਾ ਕੇ ਵੀ ਗੁਜ਼ਾਰਾ ਕਰਨਾ ਪਿਆ। ਵੱਡਾ ਘੱਲੂ ਘਾਰਾ ਤੇ ਐਸਾ ਸੀ ਕਿ ਉਹ ਸਮਝਦੇ ਸੀ ਵੀ ਹੁਣ ਖਾਲਸਾ ਨਹੀਂ ਉੱਠੇਗਾ, ਪਰ ਉਹਨੇ 3 ਮਹੀਨੇ 'ਚ ਹੀ ਉੱਠ ਕੇ ਦਿਖਾ ਦਿੱਤਾ। ਕਿਉਂਕਿ ਇਹ ਜਿਹੜੀ ਖਾਲਸਾ ਅਕਾਲ ਪੁਰਖ ਕੀ ਫੌਜ, ਅਕਾਲ ਜਿੱਥੇ ਕਾਲ ਦਾ ਪ੍ਰਭਾਵ ਨਹੀਂ ਪੈ ਸਕਦਾ। ਦੁਨੀਆ ਮਿਟ ਸਕਦੀ ਹੈ ਪਰ ਇਹ ਅਕਾਲ ਪੁਰਖ ਦੀ ਫੌਜ ਨੂੰ ਕੋਈ ਨਹੀਂ ਮਿਟਾ ਸਕਦਾ। ਅੱਜ ਤੱਕ ਯਤਨ ਹੁੰਦੇ ਹੀ ਆਏ ਨੇ। ਚਲੋ ਆਪਾਂ ਗੁਰੂ ਨਾਨਕ ਸਾਹਿਬ ਤੋਂ ਵਿਚਾਰ ਆਰੰਭ ਕਰਨ ਦਾ ਯਤਨ ਕਰੀਏ। ਜਿਹੜਾ ਮਾਰਗ ਗੁਰੂ ਸਾਹਿਬ ਨੇ ਆਰੰਭਿਆ ਹੈ, ਮਾਰਿਆ ਸਿੱਕਾ
ਜਗਤ ਵਿੱਚ ਗੁਰੂ ਨਾਨਕ ਜੀ ਨੇ ਨਿਰਮਲ ਪੰਥ ਦੀ ਆਰੰਭਤਾ ਕੀਤੀ ਹੈ। ਨਿਰਮਲ, ਨਿਰਮਲ ਨੂੰ ਕੀ ਕਹਿੰਦੇ ਆ? ਮਲ ਤੋਂ ਰਹਿਤ, ਨਿਰਮਲ, ਮਲ ਤੋਂ ਰਹਿਤ। ਤੇ ਸਭ ਕਹਿੰਦੇ ਇਸੇ ਨਿਰਮਲ ਨੂੰ ਅੱਗੇ ਜਾ ਕੇ ਖਾਲਸਾ ਕਹਿਣਾ ਹੈ। ਖਾਲਸੇ ਦਾ ਅਰਥ ਕੀ ਹੁੰਦਾ ਹੈ? ਅਰਬੀ ਭਾਸ਼ਾ ਦੇ ਵਿੱਚ ਖਾਲਸੇ ਦਾ ਮਤਲਬ ਹੈ ਸ਼ੁੱਧ, ਜਿਹਦੇ 'ਚ ਕੋਈ ਮਿਲਾਵਟ ਨਹੀਂ, ਬਿਲਕੁਲ ਸ਼ੁੱਧ ਹੈ, ਬਿਲਕੁਲ ਸ਼ੁੱਧ ਪਵਿੱਤਰ ਹੈ ਅਰਬੀ ਭਾਸ਼ਾ ਵਿੱਚ। ਤੇ ਫਾਰਸੀ ਭਾਸ਼ਾ ਵਿੱਚ ਖਾਲਸਾ ਕਹਿੰਦੇ ਆ ਵੀ ਉਹ ਜ਼ਮੀਨ ਜਿਹੜੀ ਸਿੱਧੀ ਬਾਦਸ਼ਾਹ ਨਾਲ ਜੁੜੀ ਹੋਵੇ, ਜਿਹਦਾ ਕੋਈ ਹਿੱਸੇਦਾਰ ਨਾ ਹੋਵੇ, ਜਿਹੜੀ ਕਿਸੇ ਦੇ ਅੰਡਰ ਨਾ ਹੋਵੇ। ਮਹਾਰਾਜ ਕਹਿੰਦੇ ਇਹ ਉਹ ਨਿਰਮਲ ਤੋਂ ਖਾਲਸਾ ਤੱਕ ਦਾ ਸਫ਼ਰ ਹੈ ਜਿਹੜਾ ਕਿਸੇ ਦੀ ਗੁਲਾਮੀ ਵਿੱਚ ਨਹੀਂ ਰਹੇਗਾ, ਜਿਹੜਾ ਸਿੱਧਾ ਕਨੈਕਸ਼ਨ ਅਕਾਲ ਪੁਰਖ ਦੇ ਨਾਲ ਹੋਏਗਾ, ਜਿਹਦੀ ਸੁਰਤ ਅਕਾਲ ਪੁਰਖ ਦੇ ਨਾਲ ਜੁੜੇਗੀ। ਇਸ ਲਈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਨਾਨਕ ਜੀ ਨੇ ਆ ਪੰਥ, ਇਹਦੀ ਸ਼ੁਰੂਆਤ ਜਿਹੜੀ ਹੈ ਇਹ ਗੁਰੂ ਨਾਨਕ ਸਾਹਿਬ ਤੋਂ ਹੋਈ ਹੈ। ਕਈਆਂ ਨੂੰ ਕਹਿੰਦੇ ਭੁਲੇਖਾ ਪਾ ਦਿੱਤਾ ਵੀ ਨਹੀਂ ਜੀ ਨਾਨਕ ਜੀ ਤਾਂ ਫਲਾਣੇ ਤੋਂ ਆ, ਪਰ ਇੱਥੇ ਗੱਲ ਕਰ ਰਹੇ ਆ ਵੀ ਇਹ ਪੰਥ ਚਲਾਇਆ ਹੀ ਗੁਰੂ ਨਾਨਕ ਸਾਹਿਬ ਨੇ ਆ। ਹੁਣ ਨਿਰਮਲ ਪੰਥ ਦਾ ਮਤਲਬ ਕੀ ਹੈ? ਇਹ ਗੱਲ ਗੁਰੂ ਅਮਰਦਾਸ ਜੀ ਕਲੀਅਰ ਕਰਦੇ ਆ। ਨਿਰਮਲ ਦਾ ਅਰਥ ਬਾਹਰੋਂ ਤਾਂ ਪਵਿੱਤਰ, ਪਹਿਲਾਂ ਸਾਫ਼ ਸੁਥਰੇ ਲੋਕ ਤਾਂ ਪਹਿਲਾਂ ਵੀ ਸੀ, ਬਾਹਰੋਂ ਚੌਂਕਾ ਵੀ ਸਵਾਰਦੇ ਆ, ਬਾਹਰੋਂ ਗੰਗਾ ਦਾ ਇਸ਼ਨਾਨ ਵੀ ਹੁੰਦਾ ਹੈ, ਬਾਹਰੋਂ ਤੀਰਥਾਂ ਦਾ ਇਸ਼ਨਾਨ ਵੀ ਹੋ ਰਿਹਾ ਹੈ, ਬਾਹਰੋਂ ਤਾਂ ਬਸਤਰ ਵੀ ਧੋਤੇ ਪਾਏ ਜਾ ਰਹੇ ਆ, ਚਮੜੀ ਵੀ ਜਿਹੜੀ ਆ ਸਵਾਰੀ ਜਾ ਰਹੀ ਹੈ। ਪਰ ਕਿਹੜਾ ਨਿਰਮਲ ਨਿਆਰਾਪਨ ਮਹਾਰਾਜ ਨੇ ਦੇਣਾ? ਕਹਿੰਦੇ ਨੇ ਤੇਰੀ ਅਵਸਥਾ ਇਹ ਹੈ ਕਿ ਤਨ ਧੋਤਾ ਮਨ ਹੱਛਾ ਨਾ ਹੋਏ। ਤਨ ਤਾਂ ਧੋਤਾ ਜਾ ਰਿਹਾ ਹੈ, ਪਰ ਹੁਣ ਕੀ ਗੁਰੂ ਕੇ ਸਿੱਖੋ, ਹੁਣ ਤੁਸੀਂ ਤਨ ਨਹੀਂ, ਹੁਣ ਤੁਸੀਂ ਮਨ ਨੂੰ ਧੋਣਾ ਹੈ। ਜੇ ਤੁਸੀਂ ਨਿਆਰਾ ਹੋ ਕੇ ਰਹਿਣਾ ਨਾ ਸੰਸਾਰ ਦੇ ਵਿੱਚ, ਤਾਂ ਤੁਹਾਨੂੰ ਤਨ ਦੀ ਜਗ੍ਹਾ ਤੇ ਮਨ ਧੋਣਾ ਪੈਣਾ ਹੈ। ਕਿਉਂ ਧੋਣਾ ਪੈਣਾ ਹੈ? ਕਿਉਂਕਿ ਤਨ ਦੇ ਨਾਲ ਜਿਹੜੀ ਤਨ ਦੀ ਸਫਾਈ ਹੋ ਰਹੀ ਹੈ, ਉਹਦੇ ਨਾਲ ਮਨ ਦੀ ਸਫਾਈ ਨਹੀਂ ਹੋ ਪਾ ਰਹੀ। ਹੁਣ ਜਿਹਦੇ ਮਨ ਵਿੱਚ ਗੰਦਗੀ ਭਰੀ ਪਈ ਹੈ, ਅਸੀਂ ਕਹਿੰਦੇ ਇਹਦੀਆਂ ਅੱਖਾਂ ਮੈਲੀਆਂ ਨੇ, ਮੈਲਾ ਤੱਕਦੀਆਂ ਨੇ। ਹੁਣ ਜੇ ਆਪਾਂ ਕਹੀਏ ਅੱਖਾਂ 'ਚ ਦਾ ਦਵਾਈ ਪਾਉਣ ਨੂੰ ਬੜੀਆਂ ਦਵਾਈਆਂ, ਅੱਖਾਂ ਸਾਫ਼ ਹੋ ਜਾਣਗੀਆਂ, ਪਰ ਜਿਹੜੀ ਗੰਦਗੀ ਮਨ ਤੋਂ ਆ ਰਹੀ ਹੈ ਉਹ ਅੱਖਾਂ ਸਾਫ਼ ਕਿਵੇਂ ਕਰੋਗੇ? ਕੰਨ ਭੈੜੇ ਮਾੜੇ ਗੰਦਲੇ ਬੋਲ ਸੁਣਨਾ ਚਾਹੁੰਦੇ ਨੇ ਕੰਨ। ਹੁਣ ਕੰਨਾਂ ਦੀ ਸਫਾਈ ਕਰਵਾ ਲਓ ਕਿਸੇ ਕੋਲ ਜਾ ਕੇ, ਪਰ ਕੰਨ ਤਾਂ ਹਜੇ ਵੀ ਮਾੜੇ ਭੈੜੇ ਬੋਲ ਸੁਣਨਾ ਚਾਹੁੰਦੇ ਆ। ਉਹ ਗੰਦਗੀ ਕਿੱਥੋਂ ਆ ਰਹੀ ਹੈ? ਮਨ ਤੋਂ ਆ ਰਹੀ ਹੈ। ਜ਼ੁਬਾਨ ਤੋਂ ਭੈੜੇ ਗੰਦਲੇ ਬੋਲ ਨਿਕਲ ਰਹੇ ਆ, ਇੰਨੇ ਗੰਦਲੇ ਬੋਲ ਨਿਕਲ ਰਹੇ ਆ, ਸੁਣਨ ਵਾਲਾ ਵੀ ਕੰਨਾਂ ਨੂੰ ਹੱਥ ਰੱਖਦਾ ਹੈ। ਉਹ ਗੰਦਗੀ ਕਿੱਥੋਂ ਆ ਰਹੀ ਹੈ? ਬਕਾਇਦਾ ਮਹਾਰਾਜ ਨੇ ਆਖਿਆ ਮੁਖ ਆਵਤ ਤਾਂਕੈ ਦੁਰਗੰਧ, ਦੁਰਗੰਧ ਭੈੜੀ ਬਦਬੂ ਤੇਰੇ ਮੂੰਹ 'ਚ ਆਉਂਦੀ ਹੈ। ਪਰ ਬੰਦਾ ਕਹਿੰਦਾ ਨਹੀਂ, ਮੈਂ ਤੇ ਆਪਣਾ ਮੂੰਹ ਸਾਫ਼ ਕਰਕੇ ਆਇਆ। ਇਹ ਉਹ ਵਾਲੀ ਦੁਰਗੰਧ ਨਹੀਂ ਹੈ ਵੀ ਕੋਈ ਪਦਾਰਥ ਖਾਦਾ ਸੀ ਖਾਣ ਨਾਲ ਦੁਰਗੰਧ ਹੈ, ਇਹ ਉਹ ਨਹੀਂ ਹੈ। ਇਹ ਜਿਹੜੀ ਤੇਰੇ ਮਨ ਵਿੱਚ ਗੰਦਗੀ ਹੈ ਨਾ, ਇਹ ਉਹ ਦੁਰਗੰਧ ਤੇਰੇ ਮੁਖ 'ਚੋਂ ਨਿਕਲ ਰਹੀ ਹੈ। ਇਸ ਲਈ ਗੁਰੂ ਸਾਹਿਬ ਜੀ ਨੇ ਆਖਿਆ ਵੀ ਤੂੰ ਹੁਣ ਨਿਆਰਾ ਹੋ, ਇਹ ਤਨ ਨੂੰ ਧੋਣ ਵਾਲਾ ਕੰਮ ਬਹੁਤ ਹੋ ਗਿਆ। ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ, ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਇਹ ਤਨ ਤੋਂ ਮੈਲ ਉਤਾਰਨ ਵਾਲਾ ਕੰਮ ਬਹੁਤ ਹੋ ਗਿਆ। ਹੁਣ ਗੁਰੂ ਕੇ ਸਿੱਖਾ ਥੋੜਾ ਨਿਆਰਾ ਹੋ। ਕਿਵੇਂ ਹੋਣਾ? ਹੁਣ ਤੂੰ ਮਨ ਨੂੰ ਧੋਣ ਦਾ ਯਤਨ ਕਰ। ਮਨ ਨੂੰ ਕਿਵੇਂ ਧੋਈਏ? ਤਨ ਨੂੰ ਤੇ ਪਾਣੀ ਨਾਲ ਧੋ ਲਿਆ, ਉਹ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਦੇ ਵਿੱਚ ਜ਼ਿਕਰ ਕੀਤਾ ਹੈ। ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਇਹ ਸਾਰਾ ਕੁਝ ਤੇ ਉਹ ਸੌਖਾ ਹੈ। ਔਖਾ ਕੀ ਹੈ? ਭਰੀਐ ਮਤ ਪਾਪਾਂ ਕੈ ਸੰਗ, ਉਹ ਜਿਹੜੀ ਪਾਪ ਨਾਲ ਮਤ ਭਰੀ ਪਈ ਹੈ ਉਹਨੂੰ ਕਿਵੇਂ ਧੋਵੋਗੇ?
ਕੋਈ ਐਸਾ ਲਿਕਵਿਡ ਹੈ ਜਿਹਨੂੰ ਪੀਣ ਦੇ ਨਾਲ ਸਾਡੀ ਮਤ ਦੀ ਮਲ ਉਤਰ ਜਾਏ, ਸਾਡੇ ਮਤ ਵਿੱਚੋਂ ਗੰਦਗੀ ਨਿਕਲ ਜਾਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਇਸ ਲਈ ਮਹਾਰਾਜ ਨੇ ਆਖਿਆ ਹੁਣ ਤੇਰਾ ਨਿਆਰਾਪਨ ਕੀ ਹੋਏਗਾ। ਬਾਹਰ ਤੀਰਥਾਂ ਤੇ ਜਾਂਦਾ ਰਿਹਾ, ਮੁਬਾਰਕ ਹੈ, ਪਰ ਹੁਣ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਹੁਣ ਤੂੰ ਨਾਮ ਦੇ ਤੀਰਥ ਤੇ ਨਹਾਉਣਾ ਹੈ। ਮਨ ਦੀ ਮਲ ਨੂੰ ਉਤਾਰਨਾ ਹੈ। ਮਨ ਨੂੰ ਮਲ ਕਿੰਨੀ ਕੁ ਲੱਗੀ ਹੈ? ਕੱਪੜਿਆਂ ਦੀ ਤਾਂ ਕਾਲਖ ਦਿਸ ਜਾਏਗੀ, ਹੱਥਾਂ ਪੈਰਾਂ ਦੀ ਕਾਲਖ ਦਿਸ ਜਾਏਗੀ, ਪਰ ਮਨ ਨੂੰ ਕਿੰਨੀ ਕਾਲਖ ਲੱਗੀ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਛਾਓ। ਕਾਲੀ ਸ਼ਾਹੀ ਵਾਂਗੂ ਮਨ ਕਾਲਾ, ਤਾਂ ਹੀ ਤੇ ਇਹ ਕਰਮ ਕਰਤੂਤਾਂ ਕਾਲੀਆਂ ਕਰਦਾ। ਤੇ ਜੇ ਕਰਤੂਤਾਂ ਕਾਲੀਆਂ ਕਰਦਾ ਫਿਰ ਇਹਦੇ ਕਰਮ ਵੀ ਕਾਲੇ ਹੀ ਲਿਖੇ ਜਾ ਰਹੇ ਆ। ਬਾਬਾ ਫਰੀਦ ਸਾਹਿਬ ਨੇ ਕੀ ਆਖਿਆ? ਬਾਬਾ ਫਰੀਦ ਸਾਹਿਬ ਕਹਿੰਦੇ ਜੇ ਤੂੰ ਆਪਣੇ ਆਪ ਨੂੰ ਬਹੁਤਾ ਸਿਆਣਾ ਸਮਝਦਾ ਹੈ ਨਾ, ਤੇ ਫਿਰ ਆਪਣੇ ਮਨ ਵਿੱਚ ਝਾਤੀ ਮਾਰ, ਕਾਲੀ ਸ਼ਾਹੀ ਭਰੀ ਪਈ ਹੈ। ਜੇ ਤੂੰ ਅਕਲ ਲਤੀਫ ਫਰੀਦਾ, ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੜੈ ਗਿਰੀਵਾਨ ਮੈਂ, ਸਿਰ ਨੀਵਾ ਕਰ। ਆਪਣੇ ਅੰਦਰ ਦੇਖਣਾ ਪੈਣਾ ਹੈ। ਅਸੀਂ ਦੋਸ਼ ਦੂਜਿਆਂ ਨੂੰ ਦੇ ਰਹੇ ਹਾਂ ਕਿ ਤੇਰੇ ਕਰਕੇ ਮੇਰੇ ਨਾਲ ਏਦਾਂ ਹੋਇਆ, ਨਹੀਂ, ਅਸਲ ਵਿੱਚ ਆਪਣੇ ਹੀ ਕਰਮ ਦਾ ਦੋਸ਼ ਹੈ ਸਾਡੇ। ਗੁਰੂ ਸਾਹਿਬ ਜੀ ਨੇ ਆਖਿਆ ਵੀ ਆ ਤੈਨੂੰ ਨਿਰਮਲ ਪੰਥ ਦੀ ਸ਼ੁਰੂਆਤ ਕਰਕੇ ਦੇ ਦਿੱਤੀ ਆ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆ ਉਹ ਨਿਰਮਲ ਕੀ ਹੈ? ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਾਂ ਮੈਲੇ, ਤਿਨੀ ਜਨਮ ਜੂਏ ਹਾਰਿਆ। ਉਹ ਦੋ ਪੌੜੀਆਂ ਦਾ ਪਾਠ ਕਰਦੇ ਆ ਨਾ ਆਪਾਂ, ਜਿਹਦੇ ਵਿੱਚ ਮਹਾਰਾਜ ਕਹਿੰਦੇ ਬਾਹਰੋਂ ਤਾਂ ਨਿਰਮਲ ਹੋ ਗਿਆ, ਪਰ ਆਹ ਜਿਹੜਾ ਮਾਰਗ ਗੁਰੂ ਨਾਨਕ ਸਾਹਿਬ ਨੇ ਆਰੰਭਿਆ, ਇੱਥੇ ਬਾਹਰੋਂ ਨਿਰਮਲ ਨਹੀਂ, ਅੰਦਰੋਂ ਹੋਣਾ ਪੈਣਾ ਹੈ। ਤੇ ਕਠਨ ਕੀ ਹੈ, ਬਿਖਮ ਕੀ ਹੈ? ਅੰਦਰ ਨੂੰ ਧੋਣਾ ਔਖਾ ਹੈ। ਆਪਣੇ ਮਨ ਦੀ ਮਲ ਨੂੰ ਉਤਾਰਨਾ ਔਖਾ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਛੁਟਕਾਰਾ ਪਾਉਣਾ ਔਖਾ ਹੈ। ਬੜੇ ਬੜੇ ਰਿਸ਼ੀ ਮੁਨੀ ਜਪ ਤਪ ਕਰਨ ਵਾਲੇ ਹਾਰ ਗਏ। ਕਬੀਰ ਜੀ ਨੇ ਵੀ ਜ਼ਿਕਰ ਕੀਤਾ, ਕਹਿਣ ਲੱਗੇ ਸਭ ਕੁਝ ਤਿਆਗ ਦਿੱਤਾ, ਪਰ ਜਿਹਨੇ ਅੰਦਰ ਮਲ ਲਾ ਕੇ ਰੱਖੀ ਸੀ, ਮਾਣ ਤਾਂ ਤਿਆਗਿਆ ਹੀ ਨਹੀਂ। ਤਿਆਗਣਾ ਤੇ ਮਾਣ ਸੀ, ਉਹ ਤਿਆਗਿਆ ਨਹੀਂ, ਤੇ ਬਾਕੀ ਸਭ ਕੁਝ ਤਿਆਗ ਕੇ ਤੂੰ ਕਹਿੰਦਾ ਮੈਂ ਮਹਾਨ ਹੋ ਗਿਆ। ਕਬੀਰ ਸਾਹਿਬ ਕਹਿੰਦੇ ਉਹ ਮਹਾਨ ਨਹੀਂ, ਮਹਾਨ ਉਹ ਹੈ ਜਿਹਨੇ ਆਪਣੇ ਮਨ ਦਾ ਮਾਨ ਤਿਆਗ ਦਿੱਤਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਸਿੱਖਿਆ ਦਿੱਤੀ, ਕਹਿਣ ਲੱਗੇ ਆਓ, ਇਹ ਕੱਚੀ ਬਾਣੀ ਦੇ ਨਾਲ ਮਨ ਨਹੀਂ ਧੋਤਾ ਜਾਣਾ। ਜੇ ਆਪਣੇ ਅੰਦਰ ਨੂੰ ਨਿਰਮਲ ਕਰਨਾ ਹੈ ਨਾ, ਤੇ ਫਿਰ ਇਹ ਅੰਦਰੋਂ ਤੁਹਾਡਾ ਜਿਹੜਾ ਇਹ ਕੱਚੀ ਬਾਣੀ ਨਾਲ ਨਹੀਂ ਹੋਣਾ, ਇਹ ਸੱਚੀ ਬਾਣੀ ਨਾਲ ਹੋਣਾ ਹੈ। ਇਹ ਸੱਚੀ ਬਾਣੀ ਨਾਲ ਜੁੜ ਕੇ ਮਨ ਦੀ ਮਲ ਉਤਰਨੀ ਹੈ। ਆਵੋ ਸਿੱਖ ਸਤ ਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ। ਮਹਾਰਾਜ ਕਹਿੰਦੇ ਉਹ ਜਿਹੜੀ ਸਿਰਮੌਰ ਬਾਣੀ ਆ ਨਾ, ਉਸ ਬਾਣੀ ਦਾ ਹਿਰਦੇ ਵਿੱਚ ਜਾਪ ਕਰ, ਇੱਕ ਮਨ ਇੱਕ ਚਿੱਤ ਹੋ ਕੇ ਜੁੜ ਜਾ, ਇਹ ਤਾਂ ਮਲ ਅੰਦਰ ਦੀ ਉਤਰਨੀ ਹੈ। ਤੇ ਨਾਲ ਸੁਚੇਤ ਵੀ ਕੀਤਾ, ਜੇ ਤੁਸੀਂ ਕਹੋ ਵੀ ਕੱਚੀ, ਇੱਕ ਸਾਡੇ ਕੰਨ ਰਸ ਨੇ, ਹੋਰ ਕੁਛ ਨਹੀਂ ਕੱਚੀ ਬਾਣੀ 'ਚ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਮਹਾਰਾਜ ਕਹਿੰਦੇ ਕੱਚਾ ਰਹਿ ਗਿਆ, ਤੂੰ ਇਸ ਮਾਰਗ ਤੇ ਤੁਰ ਨਹੀਂ ਸਕਦਾ, ਕਿਉਂਕਿ ਇਸ ਮਾਰਗ ਤੇ ਤਾਂ ਸਚਿਆਰ ਤੁਰ ਸਕਦਾ, ਕੁੜਿਆਰ ਨਹੀਂ ਤੁਰ ਸਕਦਾ। ਸਚਿਆਰ ਨੇ ਤੁਰ ਕੇ ਪਾਸ ਹੋਣਾ। ਜਾਂ ਇੱਕ ਦਿਨ ਆਪ ਸ਼ਾਇਦ ਕੱਲ ਪਰਸੋਂ ਵਿਚਾਰ ਕੀਤੀ, ਜਿਹੜੇ ਲਾਈਵ ਤੁਸੀਂ ਸੁਣਦੇ ਹੋ, ਕਿ ਸਿੱਖ ਜਿਹੜਾ ਹੈ ਨਾ ਉਹ ਇਸ ਤਰ੍ਹਾਂ ਹੈ ਜਿਵੇਂ ਬੱਚੇ ਨੂੰ ਨਰਸਰੀ ਸਕੂਲ ਵਿੱਚ ਆਪਾਂ ਬਿਠਾਉਂਦੇ ਆ, ਤੇ ਗੁਰਸਿੱਖ ਉਹ ਹੈ ਜਿਹਨੂੰ ਸਕੂਲ ਵਿੱਚ ਪੜ੍ਹਨ ਦੀ ਜਾਚ ਆ ਗਈ, ਜਾਂ ਸਕੂਲ ਕਹਿ ਲਓ। ਇੱਕ ਨਰਸਰੀ ਹੈ, ਇੱਕ ਸਕੂਲ ਹੈ, ਇੱਕ ਕਾਲਜ ਹੈ। ਡਿਗਰੀ ਨਾ ਨਰਸਰੀ ਵਿੱਚ ਮਿਲਣੀ ਹੈ, ਡਿਗਰੀ ਨਾ ਸਕੂਲ ਵਿੱਚ ਮਿਲਣੀ ਹੈ, ਡਿਗਰੀ ਕਾਲਜ ਵਿੱਚ ਮਿਲਣੀ ਹੈ।
ਤੇ ਇਹ ਵੀ ਜ਼ਿਕਰ ਕੀਤਾ ਸੀ ਕਿ ਡਿਗਰੀ ਲੈਣ ਲੱਗ, ਜਿਹਨੂੰ ਡਿਗਰੀ ਆਪ ਜੀ ਸਾਰੇ ਪਰਿਵਾਰ ਬੱਚਿਆਂ ਵਾਲੇ ਹੋ, ਆਪ ਜੀ ਨੂੰ ਪਤਾ ਹੈ ਜਦੋਂ ਕਿਸੇ ਸਾਡੇ ਬੱਚੇ ਨੂੰ ਡਿਗਰੀ ਮਿਲਦੀ ਹੈ ਤੇ ਬਕਾਇਦਾ ਇੱਕ ਵਰਦੀ ਪਾਉਣੀ ਪੈਂਦੀ ਹੈ। ਉਹ ਵਰਦੀ ਪਾ ਕੇ ਡਿਗਰੀ ਮਿਲਦੀ ਹੈ ਤੇ ਦੇਖਣ ਵਾਲੇ ਨੂੰ ਪਤਾ ਲੱਗ ਜਾਂਦਾ ਵੀ ਅੱਜ ਇਹਨੂੰ ਡਿਗਰੀ ਮਿਲਣੀ ਹੈ। ਇਹ ਬਾਣੇ ਤੋਂ ਬਾਣੀ ਦਾ ਸਫ਼ਰ ਐਵੇਂ ਨਹੀਂ ਹੈ। ਜਿਹੜੇ 5 ਕਕਾਰਾਂ ਦੀ ਵਰਦੀ ਆਪਾਂ ਪਾਉਣੀ ਹੈ, ਇਹ ਡਿਗਰੀ ਲੈਣ ਵਾਸਤੇ ਪਾਉਣੀ ਹੈ ਕਿ ਅਸੀਂ ਜਿਹੜੀ ਤੁਸੀਂ ਪੜ੍ਹਾਈ ਦਿੱਤੀ ਸੀ ਉਹ ਅਸੀਂ ਪੜ੍ਹਾਈ ਪੜ੍ਹ ਲਈ ਹੈ। ਅਸੀਂ ਸਿੱਖ ਤੋਂ ਗੁਰਸਿੱਖ, ਗੁਰਸਿੱਖ ਤੋਂ ਗੁਰਸਿੱਖੜਾ ਹੋ ਗਏ ਹਾਂ। ਸਿੱਖ ਉਹ ਹੈ ਜਿਹਨੇ ਸਿੱਖਣਾ ਹੈ, ਗੁਰਸਿੱਖ ਉਹ ਹੈ ਜਿਹੜਾ ਸਿੱਖ ਕੇ ਚੱਲਿਆ ਹੈ, ਤੇ ਗੁਰਸਿੱਖੜਾ ਉਹ ਹੈ ਜਿਹੜਾ ਪਹੁੰਚ ਗਿਆ ਹੈ। ਅਸੀਂ ਅੱਜ ਪਤਾ ਸਿਸਟਮ ਕੀ ਹੈ, ਆਪ ਜੀ ਨੂੰ ਪਤਾ ਹੈ, ਪੈਸੇ ਦੇ ਕੇ ਵੀ ਡਿਗਰੀ ਮਿਲ ਜਾਂਦੀ ਹੈ, ਸਿਫਾਰਿਸ਼ ਨਾਲ ਵੀ ਡਿਗਰੀ ਮਿਲ ਜਾਂਦੀ ਹੈ, ਬੰਦੇ ਦੇ ਕੋਲ ਪਹੁੰਚ ਹੋਣੀ ਚਾਹੀਦੀ ਹੈ, ਮਿਲ ਜਾਂਦੀ ਹੈ। ਆ ਰੀਸੋ ਰੀਸ 5 ਕਕਾਰਾਂ ਦੀ ਵਰਦੀ ਪਾ ਤਾਂ ਲੈਂਦੇ ਆ, ਪਰ 5 ਦਿਨ ਬਾਅਦ ਪਤਾ ਲੱਗਦਾ ਵੀ ਇਹ ਕਿੰਨਾ ਕੁ ਇਹਦੇ ਕਾਬਲ ਸੀ। ਜਦੋਂ ਕੇਸ ਕਿਤੇ, ਕੰਘਾ ਕਿਤੇ, ਕੜਾ ਕਿਤੇ, ਕਿਰਪਾਨ ਕਿਤੇ, ਫਿਰ ਪਤਾ ਲੱਗਦਾ ਵੀ ਇਹਨੇ ਪੜ੍ਹਾਈ ਕੋਈ ਨਹੀਂ ਪੜ੍ਹੀ, ਇਹਨੇ ਕਮਾਈ ਕੋਈ ਨਹੀਂ ਕੀਤੀ। ਬਸ ਇਹ ਤੇ ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ। ਇਹ ਤੇ ਕੀਟਾਂ ਆਈ ਰੀਸ ਵਾਲੀ ਖੇਡ ਸੀ, 4 ਦਿਨ ਬਾਅਦ ਹੀ ਰੰਗ ਉਤਰ ਗਿਆ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੂੰ ਰੋਜ਼ ਚੇਤੇ ਕਰਦੇ ਹੋ, ਉਹ ਬਾਣੇ ਤੇ ਬਾਣੀ ਦੇ ਰੰਗ ਵਿੱਚ ਰੰਗੇ ਹੋਏ ਸਨ। ਅੱਗੇ ਜਾ ਕੇ ਜ਼ਿਕਰ ਕਰਾਂ, ਗੁਰੂ ਸਾਹਿਬ ਕਿਰਪਾ ਕਰਨ, ਉਹ ਕਹਿੰਦੇ ਗੁੱਟ ਲਾ ਦੇ, ਕੜਾ ਨਹੀਂ ਲੈ ਸਕਦਾ। ਅਸੀਂ ਕਹਿੰਦੇ ਆ ਵਿਆਹ ਸ਼ਾਦੀ ਤੇ ਜਾਣਾ, ਆਹ ਕੜਾ ਐਵੇਂ ਚੰਗਾ ਨਹੀਂ ਲੱਗਣਾ, ਲਾ ਦਿਓ ਤੇ ਸੋਨੇ ਦਾ ਪਾ ਲਓ, ਕਿਉਂਕਿ ਅੰਦਰ ਹਜੇ ਪੜ੍ਹਾਈ ਨਹੀਂ ਨਾ ਹੋਈ ਗੁਰਬਾਣੀ ਦੀ। ਜੇ ਗੁਰਬਾਣੀ ਦੀ ਪੜ੍ਹਾਈ ਹੋਵੇ ਤੇ ਬੰਦਾ ਕਹਿੰਦਾ ਵੀ ਵਿਆਹ ਹੋਣ, ਸ਼ਾਦੀ ਹੋਣ, ਸਮਾਗਮ ਹੋਵੇ, ਪਰ ਗੁਰੂ ਦੀ ਬਖਸ਼ਿਸ਼ ਦਾ ਕੜਾ ਨਹੀਂ ਉਤਰਨਾ। ਪਹਿਲਾਂ ਗੁਰਬਾਣੀ ਦੀ ਕਮਾਈ, ਪਹਿਲਾਂ ਹਰਮੰਦਰ ਸਾਹਿਬ ਦੀ ਭਗਤੀ ਹੈ, ਫਿਰ ਅਕਾਲ ਤਖਤ ਸਾਹਿਬ ਦੀ ਸ਼ਕਤੀ ਹੈ। ਪਹਿਲਾਂ ਸਾਨੂੰ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਬਾਣੀ ਦਾ ਪ੍ਰਕਾਸ਼ ਕਰਕੇ ਦਿੱਤਾ ਹੈ, ਫਿਰ ਸਾਨੂੰ ਅਕਾਲ ਤਖਤ ਸਾਹਿਬ ਚੜ੍ਹਦੀ ਕਲਾ ਵਾਲਾ ਜੀਵਨ ਦਿੱਤਾ ਹੈ। ਪਹਿਲੇ 5ਵੇਂ ਜਾਮੇ ਤੱਕ ਬਾਣੀ ਦੀ ਕਮਾਈ ਕਰਵਾਈ ਹੈ, ਫਿਰ 6ਵੇਂ ਜਾਮੇ ਤੋਂ ਬਾਅਦ ਸ਼ਸਤਰ ਨਾਲ, ਸ਼ਾਸਤਰ ਦੇ ਨਾਲ ਸ਼ਸਤਰ ਦਾ ਅਭਿਆਸ ਕਰਵਾਇਆ। ਪਹਿਲਾਂ ਸੰਤ ਬਣਾਇਆ, ਫਿਰ ਸਿਪਾਹੀ ਬਣਾਇਆ, ਤਾਂ ਕਿ ਡੋਲ ਨਾ ਜਾਈਏ, ਤਾਂ ਕਿ ਸਾਡੀ ਇਸ ਪਵਿੱਤਰਤਾ, ਉੱਚੇ ਆਚਰਣ ਤੇ ਸਾਡੇ ਕਰੈਕਟਰ ਤੇ ਕੋਈ ਦਾਗ ਨਾ ਲੱਗ ਜਾਏ। ਸਾਨੂੰ ਇੰਨਾ ਨਿਆਰਾਪਨ ਮਾਲਕ ਨੇ ਦਿੱਤਾ ਹੈ। ਹੁਣ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ, ਧਿਆਨ ਰੱਖੀ, ਥਿੜਕ ਨਾ ਜਾਈ। ਜਿਹੜੀ ਕਮਾਈ ਤੈਨੂੰ ਪਵਿੱਤਰ ਹੋਣ ਲਈ ਕਿਹਾ ਨਾ, ਖਾਲਸ ਰੂਪ ਹੋਣ ਵਾਸਤੇ, ਉਹ ਕੱਚੀ ਬਾਣੀ ਚੋਂ ਨਹੀਂ ਮਿਲਣੀ, ਉਹ ਸੱਚੀ ਬਾਣੀ ਦਾ ਅਭਿਆਸ ਕਰ। ਤੇ ਅਸੀਂ ਆਖਿਆ ਕਿਹੜੀ ਬਾਣੀ? ਗੁਰੂ ਰਾਮਦਾਸ ਜੀ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਹੁਣ ਧਿਆਨ ਰੱਖਿਓ, ਅੰਮ੍ਰਿਤ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਵਾਰ ਅਰਥ ਬਦਲ ਕੇ ਆਉਂਦੇ ਆ। ਅੰਮ੍ਰਿਤ ਨਾਮ ਨੂੰ ਵੀ ਕਿਹਾ, ਅੰਮ੍ਰਿਤ ਦੁੱਧ ਨੂੰ ਵੀ ਕਿਹਾ, ਅੰਮ੍ਰਿਤ 36 ਪ੍ਰਕਾਰ ਦੇ ਭੋਜਨ ਨੂੰ ਵੀ ਕਿਹਾ। ਜੈ ਪ੍ਰਸਾਦ 36 ਅੰਮ੍ਰਿਤ ਖਾਏ। ਹੁਣ ਉੱਥੇ ਖਾਏ ਦੀ ਗੱਲ ਆਈ ਹੈ, ਪੀਣ ਦੀ ਨਹੀਂ ਆਈ। ਇਹਦਾ ਮਤਲਬ ਉਹ ਅੰਮ੍ਰਿਤ ਖਾਣ ਵਾਲੇ ਪਦਾਰਥਾਂ ਨੂੰ ਵੀ ਕਿਹਾ, ਬਾਣੀ ਨੂੰ ਵੀ ਕਿਹਾ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਇੱਕ ਅੰਮ੍ਰਿਤ ਸਾਡੇ ਅੰਦਰ ਵੀ ਕਿਹਾ, ਉਹ ਅੰਮ੍ਰਿਤ ਨੂੰ ਵਿਕਾਰ ਲੁੱਟ ਰਹੇ ਨੇ। ਹੁਣ ਉਹ ਕਿਹੜਾ ਅੰਮ੍ਰਿਤ ਹੈ? ਉਹ ਅੰਮ੍ਰਿਤ ਹੈ ਸ਼ੁਭ ਗੁਣ, ਜਿਹੜੇ ਅੰਦਰ ਦੇ ਵਿਕਾਰ ਲੁੱਟ ਰਹੇ ਨੇ। ਇਸ ਦੇਹੀ ਅੰਦਰ 5 ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਜਿਹੜੇ ਅੰਮ੍ਰਿਤ ਲੁੱਟੈ, ਮਨਮੁਖ ਨਹੀਂ ਬੁੱਝੈ, ਮਨਮੁਖ ਸਮਝ ਨਹੀਂ ਰਿਹਾ। ਹੁਣ ਉਹ ਕੀ ਲੁੱਟ ਰਹੇ ਆ? ਉਹ ਸ਼ੁਭ ਗੁਣ ਅੰਦਰ ਦੇ ਲੁੱਟ ਰਹੇ ਨੇ, ਅੰਦਰੋਂ ਅਵਗਣ ਫੈਲਾ ਰਹੇ ਨੇ, ਬੁਰਾਈਆਂ ਫੈਲਾ ਰਹੇ ਨੇ, ਚੰਗੇ ਗੁਣ ਅੰਦਰ ਸਾਡੇ ਜਿਹੜੇ ਲੁੱਟ ਰਹੇ ਆ। ਇਸ ਲਈ ਗੁਰੂ ਰਾਮਦਾਸ ਜੀ ਨੇ ਜਦੋਂ ਗੱਲ ਕੀਤੀ ਵੀ ਆ ਬਾਣੀ ਹੀ ਗੁਰੂ ਹੈ, ਜਿਹਨੂੰ ਸੱਚੀ ਬਾਣੀ ਕਹਿੰਦੇ ਆ, ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪ੍ਰਕਾਸ਼ ਕਰਕੇ ਕਹਿੰਦੇ ਆ ਵਿੱਚ ਬਾਣੀ ਅੰਮ੍ਰਿਤ ਸਾਰੇ। ਸਭ ਕਹਿੰਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ 부ਜੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ। ਹੁਣ ਇੱਥੇ ਤੱਕ ਆਉਂਦਿਆਂ 7 ਵਾਰ ਵੀ ਦੇ ਦਿੱਤੇ, ਇੱਥੇ ਤੱਕ ਆਉਂਦਿਆਂ 15 ਥਿੱਤਾਂ ਵੀ ਦੇ ਦਿੱਤੀਆਂ,
ਇੱਥੇ ਤੱਕ ਆਉਂਦਿਆਂ ਸਾਨੂੰ 12 ਮਾਹ 2 ਵਾਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਗੁਰੂ ਨਾਨਕ ਸਾਹਿਬ ਦੇ ਰੂਪ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਰੂਪ ਵਿੱਚ ਦੇ ਦਿੱਤੇ ਕਿ ਗੁਰੂ ਕੇ ਸਿੱਖਾ ਹੁਣ ਤੂੰ 15 ਥਿੱਤਾਂ ਵਿੱਚ ਡੋਲਣਾ ਨਹੀਂ, ਹੁਣ ਤੂੰ 7 ਵਾਰ ਦੇ ਵਿੱਚ ਡੋਲਣਾ ਨਹੀਂ। ਇਹ ਸ਼ਨੀ ਤੈਨੂੰ ਕਿਤੇ ਗੁੰਮਰਾਹ ਕਰਕੇ ਨਾ ਲੈ ਜਾਏ। ਜੇ ਤੂੰ ਨਿਆਰਾਪਨ ਚਾਹੁੰਦਾ ਹੈ, ਜੇ ਖਾਲਸਾ ਹੋਣਾ ਚਾਹੁੰਦਾ ਹੈ, ਖਾਲਸ ਰੂਪ ਹੋਣਾ ਚਾਹੁੰਦਾ ਹੈ, ਤਾਂ ਫਿਰ 7 ਵਾਰ ਦੀ ਕਮਾਈ ਕਰ ਕਿ ਗੁਰੂ ਗ੍ਰੰਥ ਸਾਹਿਬ ਜੀ 7 ਵਾਰ ਵਿੱਚ ਕੀ ਸਮਝਾਉਂਦੇ ਆ। ਔਰ ਸਾਨੂੰ ਸਮਝਾਉਂਦੇ ਵੀ ਉਸ ਦਿਨ ਤੋਂ ਹੈ ਜਿਸ ਦਿਨ ਅਸੀਂ ਛੁੱਟੀ ਕਰਦੇ ਹਾਂ। ਅਸੀਂ ਕਹਿੰਦੇ ਹਾਂ ਵੀ 6 ਦਿਨ ਕੰਮ ਕਰ ਲਿਆ, 7ਵੇਂ ਦਿਨ ਆਰਾਮ ਕਰੀਏ, ਹੁਣ ਥਕਾਵਟ ਹੋ ਗਈ ਹੈ। ਮਹਾਰਾਜ ਕਹਿੰਦੇ ਨਹੀਂ, ਢਿੱਲਾ ਨਹੀਂ ਪੈਣਾ, ਤੂੰ ਐਤਵਾਰ ਤੋਂ ਸ਼ੁਰੂ ਕਰ। 7 ਵਾਰ ਦੀ ਸ਼ੁਰੂਆਤ ਹੀ ਐਤਵਾਰ ਤੋਂ ਕੀਤੀ ਹੈ। ਕਿਉਂਕਿ ਅਸੀਂ ਕੁਛ ਦਿਨ ਪਹਿਲਾਂ ਜ਼ਿਕਰ ਕੀਤਾ ਸੀ, ਇੱਕ ਹੁੰਦਾ ਹੈ, ਸ਼ਾਇਦ ਕੱਲ ਹੀ ਕੀਤਾ ਸੀ ਜ਼ਿਕਰ, ਕਿ ਇੱਕ ਹੁੰਦਾ ਹੈ ਉਹਨੂੰ ਜਪਣਾ, ਇੱਕ ਹੁੰਦਾ ਉਹਨੂੰ ਧਿਆਉਣਾ, ਇੱਕ ਹੁੰਦਾ ਆਰਾਧਨਾ। ਆਰਾਧਨਾ ਦਾ ਮਤਲਬ ਹੁੰਦਾ ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨਾ ਕੀਜੈ ਢਿੱਲਾ। ਮਾਰੇ ਕਹਿੰਦੇ ਹੁਣ ਢਿੱਲ ਨਾ ਕਰ। ਐਤਵਾਰ ਦੀ ਕਈ ਕਹਿੰਦੇ ਆ ਜੀ ਐਤਵਾਰ ਛੁੱਟੀ ਹੈ, ਅੱਜ ਥੋੜਾ ਲੇਟ ਉੱਠ ਜਾਾਂਗੇ, ਕੀ ਫਰਕ ਪੈਣਾ। ਅੱਜ ਜੇ ਨਿਤਨੇਮ ਆਪਾਂ 4 ਵਜੇ ਨਾ ਕੀਤਾ ਤੇ 9-10 ਵਜੇ ਕਰ ਲਾਂਗੇ, ਕੀ ਫਰਕ ਪੈਣਾ। ਜੇ ਅੱਜ ਆਪਾਂ ਇੱਕ ਦਿਨ ਨਾ ਗਏ ਤਾਂ ਕੀ ਫਰਕ। ਇਹ ਦੁਨੀਆ ਦੀ ਹਾਲਤ ਹੈ। ਪਰ ਮਹਾਰਾਜ ਕਹਿੰਦੇ ਨਹੀਂ, ਨਿਮਖ ਨਾ ਕੀਜੈ ਢਿੱਲਾ, ਤੂੰ ਢਿੱਲ ਨਾ ਕਰ, ਕਿਉਂਕਿ ਢਿੱਲ ਪਹਿਲਾਂ ਹੀ ਬੜੀ ਹੋ ਚੁੱਕੀ ਹੈ, ਬੜੀ ਢਿੱਲ ਪਹਿਲਾਂ ਹੋ ਚੁੱਕੀ ਹੈ। ਹੁਣ ਤੂੰ ਜੇ ਇਸ ਮਾਰਗ ਤੇ ਕਦਮ ਰੱਖਿਆ ਤੇ ਢਿੱਲ ਨਾ ਕਰੀ, ਤੇਰਾ ਕਦਮ ਥਿੜਕਣਾ ਨਹੀਂ ਚਾਹੀਦਾ। ਬਸ ਇਸ ਮਾਰਗ ਤੇ ਤੁਰ। ਜਦੋਂ ਬਾਣੀ ਦੀ ਕਮਾਈ ਅੰਦਰ ਕਰਕੇ ਦਿਖਾ ਦਿੱਤਾ ਵੀ ਬਾਣੀ ਵਿੱਚ ਕਿੰਨੀ ਪਾਵਰ ਹੈ, ਸਾਹਿਬ ਜੀ ਕਹਿੰਦੇ ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਫਿਰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਆਓ ਗੁਰੂ ਕੇ ਸਿੱਖੋ, ਹੁਣ ਧਨ ਪਦਾਰਥ ਨਹੀਂ, ਹੁਣ ਜਵਾਨੀਆਂ ਭੇਟ ਕਰੋ। ਆ ਨਿਆਰਾਪਨ ਹੈ। ਹੁਣ ਜੋਬਨ ਭੇਟ ਕਰੋ ਆਪਣਾ। ਇਹ ਜੋਬਨ ਕਿਤੇ ਵਿਕਾਰਾਂ ਵਾਲੇ ਪਾਸੇ ਨਾ ਚਲਾ ਜਾਏ। ਇਹ ਜੋਬਨ ਜਿਹੜਾ ਇਹਦੇ ਅੰਦਰ ਬਾਣੀ ਦੀ ਕਮਾਈ ਇੰਨੀ ਕੁ ਹੋਵੇ। ਹੁਣ ਇਹ ਸੰਤ ਦੇ ਨਾਲ ਨਾਲ ਸਿਪਾਹੀ ਬਣਾਉਣਾ ਹੈ। ਸ਼ਸਤਰ ਭੇਟ ਕੀਤੇ ਜਾਣ। ਸ਼ਸਤਰ ਧਾਰੀ ਹੋਣ ਦੀ ਸ਼ੁਰੂਆਤ ਇੱਥੋਂ ਹੁੰਦੀ ਹੈ। ਇੱਥੇ ਫਿਰ ਸਾਨੂੰ ਪੀਰੀ ਦੇ ਨਾਲ ਨਾਲ ਮੀਰੀ ਨਾਲ ਜੋੜਿਆ। ਫਿਰ 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਭਗਤੀ ਦੀ ਔਰ ਇੱਕ ਸ਼ਕਤੀ ਦੀ। ਕਿਉਂਕਿ ਭਗਤੀ ਨੇ ਸ਼ਕਤੀ ਨੂੰ ਕੰਟਰੋਲ ਕਰਕੇ ਰੱਖਣਾ ਹੈ। ਇੱਥੇ ਸਾਨੂੰ ਸ਼ਸਤਰ ਧਾਰੀ ਹੋਣਾ ਸਿਖਾਇਆ ਹੈ। ਉਹ ਕਿਸ ਵਾਸਤੇ? ਤਾਂ ਕਿ ਤੂੰ ਜਰ ਜੋਰੂ ਜ਼ਮੀਨ ਪਿੱਛੇ ਨਹੀਂ ਲੜਨਾ, ਤੂੰ ਸੱਚ ਹੱਕ ਮਰਿਆਦਾ ਦੀ ਖਾਤਰ ਲੜਨਾ ਹੈ। ਇਹ ਜਿਹੜੇ ਸਾਨੂੰ ਕਕਾਰ ਦਿੱਤੇ ਹੈ ਨਾ, ਇਹ ਕਕਾਰ ਸਾਨੂੰ, ਕਕਾਰਾਂ ਦੇ ਵਿੱਚ ਇੱਕ ਸਾਨੂੰ ਸ਼ਸਤਰ ਦਿੱਤਾ ਮਹਾਰਾਜ ਨੇ, ਸ੍ਰੀ ਸਾਹਿਬ ਕਿਰਪਾਨ ਜਿਹਨੂੰ ਕਹਿੰਦੇ ਆ। ਕਿਰਪਾਨ ਦਾ ਅਰਥ ਕੀ ਹੈ? ਇਹਨੂੰ ਤਲਵਾਰ ਨਹੀਂ ਕਹਿ ਸਕਦੇ, ਇਹ ਕਿਰਪਾਨ ਹੈ ਜਿਹੜੀ ਕਿਰਪਾ ਕਰਨ ਲਈ ਚੱਲਦੀ ਹੈ। ਇੱਕੋ ਇੱਕ ਤਾਂ ਕੜਾਹ ਪ੍ਰਸ਼ਾਦ ਹੈ ਜਿਹਦੇ ਵਿੱਚ ਕਿਰਪਾਨ ਭੇਟ ਕੀਤੀ ਜਾਂਦੀ ਹੈ, ਤਲਵਾਰ ਥੋੜੀ ਭੇਟ ਹੁੰਦੀ ਹੈ। ਇਹ ਕਿਰਪਾ ਵਾਸਤੇ ਚੱਲਦੀ ਹੈ। ਗੁਰੂ ਸਾਹਿਬ ਕਿਰਪਾ ਕਰਨ। ਮਹਾਰਾਜ ਨੇ ਆਖਿਆ ਸਾਨੂੰ ਆ ਦੁਨੀਆ ਦੇ ਗਾਇਕ ਜਿਹੜੇ ਆ ਨਾ, ਚੰਗੇ ਵੀ ਨੇ ਮਾੜੇ ਵੀ ਨੇ, ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ, ਚੰਗੇ ਵੀ ਆ ਮਾੜੇ ਵੀ ਆ। ਮਾੜੇ ਕੀ ਹੈ ਕਿ ਸਾਡੇ ਨੌਜਵਾਨਾਂ ਨੂੰ ਇਹਨਾਂ ਨੇ ਹਥਿਆਰ ਚੁੱਕਣੇ ਤਾਂ ਸਿਖਾ ਦਿੱਤੇ, ਪਰ ਸਿਖਾਏ ਕਿਸ ਵਾਸਤੇ? ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰਨਾ ਹੈ, ਕਿਸੇ ਦੀ ਧੀ ਭੈਣ ਨੂੰ ਕੱਢ ਕੇ ਲਿਆਉਣਾ ਹੈ। ਵੀ ਆਹ ਹਥਿਆਰ ਚੁੱਕ ਲਓ। ਸਾਡੇ ਨੌਜਵਾਨ ਭੜਕ ਗਏ, ਉਹ ਉਹਨਾਂ ਦੇ ਮਗਰ ਲੱਗ ਕੇ ਆਪਣਾ ਹੋਸ਼ੋ ਹਵਾਸ ਗਵਾ ਬੈਠੇ। ਉਹ ਨਿਆਰਾਪਨ ਨਹੀਂ ਹੈ। ਮਹਾਰਾਜ ਨੇ ਕਿਹਾ ਹੋਲੀ ਵਿੱਚ ਤਾਂ ਸਾਰੀ ਦੁਨੀਆ ਰੰਗਦੀ ਆ, ਨਿਆਰਾਪਨ ਕੀ ਹੈ? ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਜੇ ਤੁਸੀਂ ਆ ਨਾਮ ਦੀ ਲਾਲੀ ਅੰਦਰ ਲਿਆਓਗੇ, ਆ ਨਿਆਰਾਪਨ ਹੈ। ਰੰਗਾਂ ਦੀ ਹੋਲੀ ਤੇ ਸਾਰੇ ਖੇਡਦੇ ਆ, ਪਰ ਤੁਸੀਂ ਨਾਮ ਦੀ ਹੋਲੀ ਖੇਡਣੀ ਹੈ। ਤੁਸੀਂ ਜਿਹੜਾ ਉਹ ਜ਼ੁਲਮ ਦਾ, ਜ਼ਾਲਮ ਦਾ ਨਾਸ਼ ਕਰਨਾ ਹੈ। ਤੁਸੀਂ ਕਿਸੇ ਤੇ ਅਤਿਆਚਾਰ ਨਹੀਂ ਕਰਨਾ। ਜੇ ਸ਼ਸਤਰ ਪਕੜਾਏ ਤੇ ਨਾਲ ਸਮਝਾਇਆ, ਕਿਸੇ ਗਰੀਬ ਤੇ ਵਾਰ ਨਹੀਂ ਕਰਨਾ, ਕਿਸੇ ਨਿਹੱਥੇ ਤੇ ਵਾਰ ਨਹੀਂ ਕਰਨਾ, ਕਿਸੇ ਦੇ ਭਜਦੇ ਦੇ ਪਿੱਠ ਤੇ ਵਾਰ ਨਹੀਂ ਕਰਨਾ।
ਅਭਿਆਸ ਸ਼ੁਰੂ ਕਰਾਇਆ ਆਪ ਗੁਰੂ ਸਾਹਿਬ ਜੀ। ਪਹਿਲਾਂ ਦਲ ਭੰਜਨ ਗੁਰੂ ਸੂਰਮਾ, ਵੱਡ ਜੋਧਾ ਬਹੁ ਪਰ ਉਪਕਾਰੀ ਦਾ ਰੂਪ ਬਣੇ। ਫਿਰ ਸਮਾਂ ਇਸੇ ਤਰ੍ਹਾਂ ਬਤੀਤ ਹੁੰਦਾ ਗਿਆ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਵੀ ਇੰਨੀ ਕੁ ਭਗਤੀ ਤੇ ਸ਼ਕਤੀ ਦਾ ਮਾਲਕ ਬਣ ਜਾ, ਐਵੇਂ ਜਣੇ ਖਣੇ ਨੂੰ ਡਰਾਈ ਨਾ। ਆ ਸ਼ਸਤਰ ਡਰਾਉਣ ਵਾਸਤੇ ਨਹੀਂ ਮਹਾਰਾਜ ਨੇ ਦਿੱਤੇ, ਇਹ ਅੰਦਰ ਦੇ ਡਰ ਨੂੰ ਲਾਉਣ ਵਾਸਤੇ ਦਿੱਤੇ ਨੇ। ਮਹਾਰਾਜ ਕਹਿੰਦੇ ਹੁਣ ਤੂੰ ਇਸ ਤਰ੍ਹਾਂ ਦਾ ਰੂਪ ਬਣਾ ਕਿ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਫਿਰ ਸਮਾਂ ਆਉਂਦਾ ਵੈ ਪ੍ਰਗਟਿਓ ਮਰਦ ਅਗੰਬੜਾ ਬਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਹੁਣ ਨਿਆਰਾਪਨ ਇੱਕ ਹੋਰ ਜ਼ਿਕਰ ਆਪ ਜੀ ਨਾਲ ਕਰਕੇ ਚੱਲਾਂ। ਗੁਰੂ ਨਾਨਕ ਸਾਹਿਬ ਤੋਂ ਹੀ ਲੋਕ ਅੰਨ ਛੱਡ ਕੇ ਵਰਤ ਰੱਖਦੇ ਆ ਵੀ ਅੱਜ ਵਰਤ ਰੱਖਣਾ, ਅੰਨ ਛੱਡ ਕੇ ਚੁੱਲ੍ਹਾ ਨਹੀਂ ਬਾਲਣਾ। ਗੁਰੂ ਸਾਹਿਬ ਕਹਿੰਦੇ ਨਿਆਰਾਪਨ ਪਤਾ ਕੀ ਹੈ? ਵਰਤ ਗੁਰੂ ਕੇ ਸਿੱਖਾ ਤੂੰ ਵੀ ਰੱਖਣਾ ਹੈ, ਪਰ ਤੂੰ ਚੁੱਲ੍ਹਾ ਬਾਲ ਕੇ ਰੱਖਣਾ ਹੈ। ਵਰਤ ਤੂੰ ਵੀ ਰੱਖ, ਆ ਨਿਆਰਾਪਨ ਹੈ। ਵਰਤ ਤੂੰ ਵੀ ਰੱਖਣਾ ਹੈ, ਪਰ ਤੂੰ ਅੰਨ ਛੱਕ ਕੇ ਰੱਖਣਾ ਹੈ। ਹੁਣ ਹੈਰਾਨੀ ਹੋਏਗੀ ਵੀ ਅੰਨ ਛੱਡ ਕੇ ਤਾਂ ਵਰਤ ਹੁੰਦਾ ਹੈ, ਪਰ ਅੰਨ ਛੱਕ ਕੇ ਕਿਹੜਾ ਵਰਤ ਹੁੰਦਾ ਹੈ? ਮਹਾਰਾਜ ਕਹਿੰਦੇ ਗੁਰੂ ਕੇ ਸਿੱਖਾ ਤੈਨੂੰ ਮੈਂ ਨਿਆਰਾ ਰੱਖਣਾ ਹੈ ਸੰਸਾਰ ਤੋਂ। ਤੂੰ ਰੋਜ਼ ਉੱਠ ਕੇ ਕਿਹਾ ਕਰ ਅੱਜ ਮੈਂ ਵਰਤ ਰੱਖਦਾ, ਅੱਜ ਮੈਂ ਅੱਖਾਂ ਤੋਂ ਮਾੜਾ ਨਹੀਂ ਤੱਕਾਂਗਾ, ਪਰ ਤੇਰਾ ਰੂਪ ਨਾ ਪੇਖੈ। ਇਹ ਵਰਤ ਰੱਖੋ, ਇਹ ਨਿਆਰਾਪਨ ਹੈ। ਅੱਜ ਮੈਂ ਕੰਨਾਂ ਤੋਂ ਮਾੜਾ ਨਹੀਂ ਸੁਣਾਂਗਾ, ਮੈਂ ਆਪਣੇ ਕੰਨਾਂ ਨੂੰ ਰੋਜ਼ ਕਵਾਂਗਾ ਇਹ ਸਰਵਣੋ ਮੇਰਿਓ ਸੱਚ ਹੈ ਸੁਣਨੇ ਨੂੰ ਪਠਾਏ। ਆ ਨਿਆਰਾਪਨ ਹੈ। ਮੈਂ ਆਪਣੀ ਜ਼ੁਬਾਨ ਤੋਂ ਨਿੰਦਾ ਚੁਗਲੀ ਵਾਲਾ ਰਸ ਨਾ ਲਵਾਂਗਾ ਤੇ ਨਾ ਕੋਈ ਐਸਾ ਰਸ ਜਿਹੜਾ ਆ ਵਰਤਾਵਾਂਗਾ ਆਪਣੀ ਜ਼ੁਬਾਨ ਤੋਂ। ਮੈਂ ਰੋਜ਼ ਆਪਣੀ ਰਸਨਾ ਨੂੰ ਉੱਠ ਕੇ ਕਵਾਂਗਾ, ਕਿਉਂਕਿ ਇਹ ਸਾਡੇ ਅੰਮ੍ਰਿਤ ਵੇਲੇ ਦੀ ਬਾਣੀ ਹੈ। ਇਹ ਨਿਆਰਾਪਨ ਵੀ ਮੈਂ ਸਵੇਰੇ ਉੱਠਦਿਆਂ ਸਾਰ ਵਰਤ ਰੱਖ ਕੇ ਕਵਾਂਗਾ ਇਹ ਰਸਨਾ ਤੂੰ ਅੰਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਇਹ ਰਸਨਾ ਤੇਰੀ ਪਿਆਸ ਇਦਾਂ ਨਹੀਂ ਬੁਝਣੀ, ਤੂੰ ਨਾਮ ਦਾ ਰਸ ਲੈ, ਬਾਕੀ ਸਾਰੇ ਰਸ ਛੱਡ ਦੇ। ਫਿਰ ਇਸ ਪੂਰੀ ਦੀ ਪੂਰੀ ਬਾਡੀ ਨੂੰ, ਪੂਰੇ ਸਰੀਰ ਨੂੰ, ਅੱਖਾਂ ਨੂੰ ਗੁਰੂ ਸਾਹਿਬ ਨੇ ਕਿਹਾ, ਮਹਾਰਾਜ ਕਹਿੰਦੇ ਸਵੇਰੇ ਉੱਠ ਕੇ ਵਰਤ ਰੱਖਿਆ ਕਰ ਤੇ ਆਪਣੇ ਆਪ ਨੂੰ ਕਿਹਾ ਕਰ ਇਹ ਸ਼ਰੀਰਾ ਮੇਰਿਆ ਇਸ ਜਗ में आए के क्या तुद कर्म कमाया, क्या कर्म कमाया तुद शरीरा जा तू जग में आया। जिन हर तेरा रचन रचिया सो हर मन ना वसाया। महाराज ने आख्या भी ध्यान रखी जिन्हें तेरी रचना कीती है। लोग मड़ियां ते मसाणा ते जांदे आ, पर तू मड़ियां ते मसाणा नहीं। आ नियारापन दिता है, तू मड़ियां ते मसाणा वल नहीं जाना। जिन्हें तेरी रचना कीती है तू उन्हों ते आउणा है। तू दुबदा विच नहीं पैना, दुबदा ना पढ़ो, हर बिन होर ना पूजो, मड़े मसाण ना जाई। बड़ियां विचारां ने नियारेपन विच। मारे कहंदे मड़ी ते नहीं जाना, मसान ते नहीं जाना, देहधारी ते नहीं जाना, तू किसे अधूरी थां ते नहीं जाना। तू नियारा है ते नियारेपन विच पूरा प्रभ आराध्या पूरा जांका नाओ नानक पूरा पाया पूरे के गुण गाओ। क्योंकि अधूरा अधूरे दे गुण गाएगा ते किथों नियारा? नियारा ते वो है जिहड़ा अधूरा पूरे दे गुण गावे। असीं पूरे दे गुण गाउणे आ। फिर गुरु गोबिंद सिंह महाराज जी ने सानू ये देखिया भी हुण गुरु नानक साहब तो जिहड़ी पढ़ाई पढ़दे आ रहे सन ते जिहड़ी पढ़दे पढ़दे नाल नाल शस्त्र ते शास्त्र दोवें विद्यां चल पईयां अगे। हुण दोवां विच जिहड़े निपुण हो चुके ने। फिर गुरु गोबिंद सिंह महाराज सच्चे पातशाह जी 1699 दी वैसाखी ते जदों अज खालसे नूं प्रगट करना, ध्यान रखियो एक दिन विच नहीं ये काम मुकम्मल होया। गुरु नानक साहब तो गुरु तेग बहादुर साहब तक कमाई करवाई गई है और नाल नाल परख भी कीती गई है कि हुण इहने बाणी अंदरों कमा लई है, डिग्री ते तां ही देनी है। जदों वो फाइनल एग्जाम होए, फाइनल एग्जाम किदे होए सी? भाई सती दास, भाई मती दास ते भाई दयाला जी, तिन्ने दे तिन्ने ही पास हो गए।
ਹੁਣ ਬਾਣੀ ਦੀ ਕਮਾਈ ਜਦੋਂ ਹੋ ਗਈ ਤੇ ਮਹਾਰਾਜ ਕਹਿੰਦੇ ਆਓ ਫਿਰ ਤੁਹਾਨੂੰ ਅੱਜ ਡਿਗਰੀਆਂ ਵੰਡੀਏ। 5 ਕਕਾਰਾਂ ਦੇ ਰੂਪ ਵਿੱਚ ਵਰਦੀ ਪਾਓ, ਅੱਜ ਤੁਹਾਨੂੰ ਡਿਗਰੀ ਜਿਹੜੀ ਆ ਉਹ ਦਿੱਤੀ ਜਾਣੀ ਆ। ਪਰ ਕਿਹਨਾਂ ਨੂੰ? ਜਿਨ੍ਹਾਂ ਨੇ ਕਮਾਇਆ ਸੀ ਅੰਦਰ ਨੂੰ। ਜਦੋਂ ਮਹਾਰਾਜ ਨੇ 5 ਸੀਸ ਭੇਟ ਵਾਸਤੇ ਮੰਗਿਆ, ਇਹ ਪਹਿਲੀ ਵਾਰ ਨਹੀਂ ਸੀ ਮੰਗੇ, ਗੁਰਬਾਣੀ ਵਿੱਚ ਤਾਂ ਪਹਿਲਾਂ ਹੀ ਲਿਖਿਆ ਸਤਿਗੁਰ ਆਗੈ ਸੀਸ ਭੇਟ ਦਿਓ। ਇਹ ਗੁਰੂ ਗੋਬਿੰਦ ਸਿੰਘ ਜੀ ਪਹਿਲੀ ਵਾਰ ਥੋੜਾ ਮੰਗ ਰਹੇ ਆ, ਇਹ ਤਾਂ ਪਹਿਲਾਂ ਕਮਾਇਆ ਗਿਆ, ਪਹਿਲਾਂ ਉਪਦੇਸ਼ ਦੇ ਕੇ ਸਮਝਾਇਆ ਗਿਆ ਵੀ ਤੂੰ ਸਤਿਗੁਰ ਅੱਗੇ ਆਪਣਾ ਸੀਸ ਭੇਟ ਕਰਨਾ। ਅੱਜ ਮਹਾਰਾਜ ਨੇ ਸੀਸ ਭੇਟਾ ਵਿੱਚ ਲਏ ਆ ਪ੍ਰੈਕਟੀਕਲ ਰੂਪ ਵਿੱਚ। ਔਰ ਜਿਹੜਾ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਸੰਚਾਰ 5 ਪਿਆਰਿਆਂ ਨੂੰ ਖਾਲਸੇ ਦੇ ਰੂਪ ਵਿੱਚ ਤਿਆਰ ਕੀਤਾ, ਉਹ ਇੱਕ ਤੰਬੂ ਦੇ ਵਿੱਚ ਪਰਦੇ ਦੇ ਵਿੱਚ ਕੀਤਾ। ਅਸੀਂ ਜਿੰਨੇ ਪਰਦੇ ਉਠਾ ਰਹੇ ਹਾਂ ਉਨੇ ਹੀ ਤਰਕ ਹੋ ਰਹੇ ਆ, ਉਨੀਆਂ ਹੀ ਸ਼ੰਕਾਵਾਂ। ਕੁਝ ਐਸੇ ਪਰਦੇ ਨੇ ਜਿਹੜੇ ਅਸੀਂ ਨਹੀਂ ਚੁੱਕ ਸਕਦੇ, ਕੁਝ ਭੇਦ ਨੇ ਜਿਹੜੇ ਸਾਡੀ ਪਕੜ ਤੋਂ ਬਾਹਰ ਨੇ, ਸਾਡੀ ਸਮਝ ਤੋਂ ਬਾਹਰ ਨੇ। ਪਰਮੇਸ਼ਵਰ ਜਿਹੜਾ ਬਣਤਰ ਬਣਾ ਰਿਹਾ ਹੈ ਉਹ ਕਿਸ ਢੰਗ ਨਾਲ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਉਹ ਸਾਜ ਸਵਾਰ ਸ਼ਿੰਗਾਰ ਕਿਵੇਂ ਰਿਹਾ ਸਾਨੂੰ ਨਹੀਂ ਪਤਾ। ਠੀਕ ਹੈ, ਅਸੀਂ ਸਾਇੰਸ ਵਿਗਿਆਨ ਦੇ ਤਲ ਤੇ ਕੁਝ ਹੱਦ ਤੱਕ ਪਹੁੰਚ ਗਏ ਆ, ਪਰ ਸਿਖਰ ਨੂੰ ਨਹੀਂ ਛੋਇਆ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਾਖਣ, ਉਹ ਸਿਮਰਨ ਦੇ ਕਿਹੜੇ ਅੱਖਰ ਸੀ? ਹਜੇ ਇਹ ਸਿਖਰ ਤੱਕ ਨਹੀਂ ਅਸੀਂ ਪਹੁੰਚੇ। ਗੁਰੂ ਸਾਹਿਬ ਮਹਾਰਾਜ ਜੀ ਨੇ ਜਿਹੜੀ ਕਲਾ ਵਰਤਾਈ ਹੈ, ਬਸ ਆਹ ਸਮਝ ਲਓ ਕਿ ਉਹ 5 ਵਿੱਚ ਪਰਮੇਸ਼ਵਰ ਵਰਤਦਾ ਹੈ। ਸ਼ਾਇਦ ਕੱਲ ਦਾ ਤੁਸੀਂ ਵਿਸ਼ਾ ਸੀ 5 ਪ੍ਰਵਾਨ ਵਾਲਾ, ਤੇ ਉਹ ਗੁਰੂ ਮਹਾਰਾਜ ਨੇ ਕਿਹਾ ਪ੍ਰਵਾਨ ਕਿਹੜਾ ਹੋਏਗਾ? ਜਿਹਨੇ ਆਪਣੀ ਮਤ ਨੂੰ ਉੱਚਾ ਕਰ ਲਿਆ। 5 ਪ੍ਰਵਾਨ 5 ਪ੍ਰਧਾਨ ਪੰਚੇ ਪਾਵੇਂ ਦਰਗਹ ਮਾਨ। ਪਰ ਉਹ ਕੌਣ ਸੀ? ਜਿਨ੍ਹਾਂ ਨੇ ਮੰਨੇ ਤੇ ਸੁਣੇ ਵਾਲੀ ਪੌੜੀਆਂ ਨੂੰ ਕਮਾਇਆ ਹੈ। ਜਿੰਨਾ ਚਿਰ ਤੁਸੀਂ ਸੁਣਿਆ ਤੇ ਮੰਨੇ ਵਾਲੀਆਂ ਪੌੜੀਆਂ ਨੂੰ ਨਹੀਂ ਕਮਾਓਗੇ, ਤੁਸੀਂ 5 ਤੱਕ ਪਹੁੰਚ ਹੀ ਨਹੀਂ ਸਕਦੇ। ਸੁਣਿਆ ਧਿਆਨ ਲਾ ਕੇ ਸੁਣਨ ਨਾਲ, ਜਾਂ ਸੁਣਿਆ ਹੈ ਕਿ ਜਿਹਨੇ ਉਹਨੂੰ ਕਮਾ ਲਿਆ, ਉਹਦੇ ਦੁੱਖ ਤੇ ਪਾਪ ਨਾਸ਼ ਹੋ ਜਾਂਦੇ ਆ। ਤੇ ਦੁੱਖ ਤੇ ਪਾਪ ਬਾਹਰ ਨਹੀਂ ਹੈ, ਇਹ ਸਾਡੇ ਮਨ ਦੇ ਤਲ ਤੇ ਹੈ। ਹੁਣ ਜਦੋਂ ਅਸੀਂ ਮਨ ਕਰਕੇ ਸ਼ੁੱਧ ਹੋ ਗਏ, ਬਾਣੀ ਨੇ ਅੰਦਰੋਂ ਧੋ ਕੇ ਰੱਖ ਦਿੱਤਾ, ਮਨ ਨੂੰ ਪਵਿੱਤਰ 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 ਪੁਨੀਤ ਹੋ ਗਏ, ਤੇ ਗੁਰੂ ਸਾਹਿਬ ਨੇ ਫਿਰ 5 ਪਿਆਰਿਆਂ ਦੇ ਰੂਪ ਵਿੱਚ ਇੱਕ ਸਾਡਾ ਦੁਖਾਂਤ ਇਹ ਵੀ ਹੈ। ਪਰ ਤੁਹਾਨੂੰ ਮੁਬਾਰਕ ਹੈ, ਬੜੀ ਖੁਸ਼ੀ ਹੁੰਦੀ ਹੈ ਜਦੋਂ ਭਾਈ ਸਾਹਿਬ ਤੋਂ ਸੁਣੀਦਾ ਵੀ ਇੱਥੇ ਸੰਗਤਾਂ ਬੱਚੇ ਆਪ ਨੌਜਵਾਨ ਰਲ ਕੇ ਸੇਵਾ ਨਿਭਾਉਂਦੇ। ਇਹ ਵਡਿਆਈ ਨਹੀਂ ਹੈ, ਇਹ ਸੱਚ ਹੈ। ਦੁਖਾਂਤ ਕੀ ਹੈ? ਦੁਖਾਂਤ ਇਹ ਹੈ ਕਿ ਸਾਡੇ ਕੋਲ +2 ਦੇ ਬੱਚੇ ਪੜ੍ਹ ਕੇ ਆਉਂਦੇ ਨੇ, ਕਿਉਂਕਿ ਦੁੱਖ ਨਿਵਾਰਨ ਸਾਹਿਬ ਦੇ ਅਦਾਰੇ ਹੇਠ ਭਾਈ ਗੁਰਦਾਸ ਗੁਰਮਤਿ ਮਿਸ਼ਨਰੀ ਕਾਲਜ ਚੱਲਦਾ ਹੈ। ਪਰ ਜਦੋਂ ਉਹਨਾਂ ਨੂੰ 5 ਪਿਆਰਿਆਂ ਦੇ ਨਾਮ ਪੁੱਛਦੇ ਆ ਤੇ 2 ਦੇ ਸੁਣਾਉਂਦੇ ਆ, 3 ਦੇ ਨਹੀਂ ਸੁਣਾਉਂਦੇ। ਉਦੋਂ ਦੁੱਖ ਲੱਗਦਾ ਹੈ ਕਿ +2 12ਵੀਂ ਕਲਾਸ ਪਾਸ ਕਰ ਗਏ, ਪਰ 5 ਦਾ ਨਾਮ ਹਜੇ ਤੱਕ ਸਾਡੀ ਜ਼ੁਬਾਨ ਤੇ ਨਹੀਂ। 10 ਗੁਰੂ ਸਾਹਿਬਾਨ ਦੇ ਨਾਮ, ਇਹ ਸਾਡੀ ਕਮਜ਼ੋਰੀ ਆ ਗਈ ਨਾ ਪੜ੍ਹਾਈ ਵਿੱਚ। ਸਾਡੇ ਸਕੂਲ ਵਿੱਚ ਆਹ ਬੜੀ ਪੜ੍ਹਾਈ ਤਾਂ ਪੜ੍ਹਾਉਣੀ ਅਸੀਂ, ਹੁਣ ਸਮਾਂ ਹੀ ਇਦਾਂ ਦਾ ਆ ਗਿਆ, ਇਤਿਹਾਸ ਵੀ ਬਦਲ ਰਹੇ ਆ। ਹੁਣ ਤੇ ਸਮਾਂ ਹੀ ਇਦਾਂ ਦਾ ਆ ਗਿਆ ਕਿ ਤੁਸੀਂ ਜੇ 5 ਕਕਾਰ ਪਾ ਕੇ ਸਕੂਲ ਜਾਂਦੇ ਹੋ ਐਗਜ਼ਾਮ ਦੇਣ ਵਾਸਤੇ, ਤੇ ਉਹ ਕਹਿੰਦੇ ਪਹਿਲਾਂ ਸ੍ਰੀ ਸਾਹਿਬ ਲਾ ਕੇ ਆਓ, ਕੜਾ ਲਾ ਕੇ। ਹੁਣ ਤੇ ਸਕੂਲ ਵਿੱਚੋਂ ਕੜੇ ਵੀ ਲਵਾ ਦਿੱਤੇ ਜਾਂਦੇ ਆ। ਇਹ ਸਾਡੀ ਵਰਦੀ ਜਿਹੜੀ ਹੈ ਕਿਸੇ ਬੰਦੇ ਨੇ ਨਹੀਂ ਦਿੱਤੀ ਹੋਈ, ਇਹ ਗੁਰੂ ਸਾਹਿਬ ਨੇ। ਇਹ ਸਾਨੂੰ ਇੱਕ ਪਿਆਰ ਵਾਲਾ ਗਿਫਟ, ਜਿਵੇਂ ਸੁਹਾਗਣ ਕੋਲ ਸੁਹਾਗ ਦੀਆਂ ਨਿਸ਼ਾਨੀਆਂ ਹੁੰਦੀਆਂ ਨਾ, ਪਰ ਇਹ ਵੀ ਧਿਆਨ ਰੱਖਿਓ, ਚਲੋ ਮੇਰੀਆਂ ਭੈਣਾਂ ਮਾਤਾਵਾਂ ਚੰਗੀ ਤਰ੍ਹਾਂ ਸਮਝਦੀਆਂ ਨੇ, ਜਿਹੜੇ ਸੁਹਾਗ ਦੀਆਂ ਨਿਸ਼ਾਨੀਆਂ ਨੇ ਉਹ ਬੱਚੀ ਪਹਿਲਾਂ ਨਹੀਂ ਪਾਉਂਦੀ। ਉਹ ਕਦੋਂ ਪਾਉਂਦੀ ਹੈ? ਜਿਸ ਦਿਨ ਉਹਦਾ ਵਿਆਹ ਹੁੰਦਾ ਹੈ, ਜਿਸ ਦਿਨ ਉਹਦਾ ਆਨੰਦ ਕਾਰਜ ਹੁੰਦਾ ਹੈ। ਉਹਨੂੰ ਪਤਾ ਵੀ ਅੱਜ ਮੈਂ ਸੁਹਾਗ ਨਾਲ ਜੁੜ ਜਾਣਾ। ਤੇ ਮਹਾਰਾਜ ਕਹਿੰਦੇ ਆਹ ਬਾਣੀ ਕਿਹਦੀ ਹੈ? ਜੈਸੀ ਮੈਂ ਆਵੇ ਖਸਮ ਕੀ ਬਾਣੀ। ਤੇ ਜਿਸ ਦਿਨ ਤੂੰ ਖਸਮ ਵਾਲਾ ਹੋ ਜਾਏਗਾ, ਉਸ ਦਿਨ ਤਨ ਤੇ ਸੁਹਾਗ ਦੀ, ਆ ਸੁਹਾਗ ਦੀਆਂ ਨਿਸ਼ਾਨੀਆਂ ਨੇ। ਇਹਦੇ ਤੋਂ ਬਿਨਾਂ ਅਸੀਂ ਕਾਹਦੇ ਜੋਗੇ ਹਾਂ? ਗੁਰੂ ਸਾਹਿਬ ਮਹਾਰਾਜ ਜੀ ਨੇ
ਕਿਉਂਕਿ ਹਜ਼ਾਰਾਂ ਦਾ ਇਕੱਠ ਹੈ। ਤੇ ਜੇ ਹਜ਼ਾਰਾਂ ਦਾ ਇਕੱਠ ਪੰਜਾਂ ਪਿਆਰਿਆਂ ਨੂੰ ਵੇਖ ਕੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਉਹਨਾਂ ਦਾ ਜਦੋਂ ਰੂਪ ਵੇਖਿਆ, ਉਹਨਾਂ ਦਾ ਸੁੰਦਰ ਸਰੂਪ ਵੇਖਿਆ, ਅੱਖਾਂ ਖੁੱਲੀਆਂ ਰਹਿ ਗਈਆਂ ਸਾਰਿਆਂ ਦੀਆਂ। ਉਹ ਹਜ਼ਾਰਾਂ ਦੇ ਹਜ਼ਾਰਾਂ ਕਹਿੰਦੇ ਆ, ਮਹਾਰਾਜ ਸਾਨੂੰ ਵੀ ਖੰਡੇ ਦੀ ਪੌਲ ਦੇ ਕੇ ਇਸ ਤਰ੍ਹਾਂ ਦਾ ਸਰੂਪ ਦਿਓ। ਔਰ ਗੁਰੂ ਸਾਹਿਬ ਨੇ ਜਿਹੜਾ 5 ਕਕਾਰਾਂ ਦੀ ਵਰਦੀ ਦੇ ਕੇ ਖਾਲਸਾਈ ਰੂਪ ਦਿੱਤਾ ਨਾ, ਇਹ ਨਹੀਂ ਕਿ ਆਪ ਆਪਣੇ ਆਪ ਨੂੰ ਵੱਖ ਰੱਖਿਆ, ਆਪ ਵੀ ਗੁਰੂ ਗੋਬਿੰਦ ਸਿੰਘ ਜੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਆ। ਔਰ ਆਪ ਹੀ ਨਹੀਂ, 4 ਦੇ 4 ਸਾਹਿਬਜ਼ਾਦਿਆਂ ਨੇ ਖੰਡੇ ਦੀ ਪੌਲ ਲਈ ਹੈ। ਮਾਤਾ ਗੁਜਰ ਕੌਰ ਜੀ ਨੇ ਖੰਡੇ ਦੀ ਪੌਲ ਲਈ ਹੈ। ਅਸੀਂ ਕਹਿੰਦੇ ਆ ਵੀ ਬਾਣੀ ਤਾਂ ਪੜ੍ਹਦੇ ਆ, ਅਸੀਂ ਨਿਤਨੇਮ ਆਪਣਾ ਪੂਰਾ ਕਰਦੇ ਆ, ਗੁਰਦੁਆਰੇ ਅਸੀਂ ਜਾਂਦੇ ਆ, ਰੋਜ਼ ਸੇਵਾ ਕਰਦੇ ਆ, ਪਰ ਅੰਮ੍ਰਿਤ ਦੀ ਕੀ ਲੋੜ ਹੈ? ਮਹਾਰਾਜ ਕਹਿੰਦੇ ਜਿੰਨਾ ਚਿਰ ਬਾਹਰੋਂ ਅੰਮ੍ਰਿਤ ਨਹੀਂ ਲਏਗਾ, ਅੰਦਰ ਦਾ ਕਿਵੇਂ ਪ੍ਰਗਟ ਹੋਏਗਾ? ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧ ਨਾ ਪਾਇਆ, ਜਿਉ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ। ਜਿਵੇਂ ਹਿਰਨ ਦੇ ਅੰਦਰ ਕਸਤੂਰੀ ਖੁਸ਼ਬੂ ਹੈ, ਪਰ ਭਟਕਦਾ ਭਟਕਦਾ ਬਾਹਰ ਸ਼ਿਕਾਰੀ ਹੱਥ ਆ ਗਿਆ। ਮਹਾਰਾਜ ਕਹਿੰਦੇ ਜੇ ਤੂੰ ਅੰਦਰ ਦੇ ਅੰਮ੍ਰਿਤ ਤੱਕ ਨਾ ਪਹੁੰਚਿਆ ਤੇ ਬਾਹਰ ਦੇ ਜਿਹੜੇ ਸ਼ਿਕਾਰੀ ਆ ਉਹਨਾਂ ਦੇ ਹੱਥਾਂ ਵਿੱਚ ਆ ਜਾਏਗਾ, ਫਿਰ ਕਰਮ ਕਾਂਡ ਤੇ ਵਹਿਮਾਂ ਭਰਮਾਂ ਦਾ ਸ਼ਿਕਾਰ ਹੋ ਜਾਏਗਾ। ਕਈਆਂ ਨੇ 5 ਕਕਾਰਾਂ ਦੀ ਵਰਦੀ ਵੀ ਪਹਿਨੀ। ਇੱਕ ਨੌਜਵਾਨ ਨੂੰ ਵੇਖਿਆ, ਸ਼ਾਇਦ ਜ਼ਿਕਰ ਕੀਤਾ ਹੋਵੇ, ਕਿ ਪੈਰ ਵਿੱਚ ਕਾਲਾ ਧਾਗਾ ਬੰਨਿਆ ਸੀ, 5 ਕਕਾਰ ਵੀ ਪਾਏ ਹੋਏ ਆ ਉਹਨੇ, ਬੜਾ ਸੋਹਣਾ ਦਾੜਾ, ਬੜੀ ਸੋਹਣੀ ਦਸਤਾਰ, ਨੌਜਵਾਨ। ਤੇ ਰੈੱਡ ਲਾਈਟ ਹੋਈ, ਉੱਥੇ ਖਲੋਤਾ, ਜਦੋਂ ਨਿਸ਼ਾਨ ਦੇਖਿਆ ਕਾਲਾ ਧਾਗਾ ਬੰਨਿਆ, ਪੁੱਛਿਆ ਵੀ ਤੁਸੀਂ 5 ਕਕਾਰ ਦੀ ਵਰਦੀ ਵੀ ਪਾਈ ਹੈ, ਪਰ 5 ਕਕਾਰਾਂ ਵਿੱਚ ਕਾਲਾ ਧਾਗਾ ਤੇ ਗੁਰੂ ਸਾਹਿਬ ਨੇ ਨਹੀਂ ਸੀ ਦਿੱਤਾ, ਇਹ ਕਿੱਥੋਂ ਆ ਗਿਆ? ਕਹਿਣ ਲੱਗੇ ਵੀ ਮੇਰੇ ਲੱਤ ਵਿੱਚ ਦਰਦ ਰਹਿੰਦੀ ਹੈ ਤੇ ਘਰ ਦੇ ਬਜ਼ੁਰਗ ਨੇ ਆਖਿਆ ਵੀ ਤੂੰ ਆ ਧਾਗਾ ਬੰਨ ਲੈ, ਠੀਕ ਹੋ ਜਾਏਗਾ। ਸਾਨੂੰ ਉਹ ਵਹਿਮ ਦੇ ਵਿੱਚ, ਭਰਮ ਦੇ ਵਿੱਚ ਪਾ ਦਿੱਤਾ ਗਿਆ। ਜਿਹੜਾ ਅੰਮ੍ਰਿਤ ਪੀਤਾ ਸੀ ਉਹਦੇ ਤੇ ਯਕੀਨ ਨਹੀਂ ਰਿਹਾ, ਪਰ ਜਿਹੜਾ ਧਾਗਾ ਬੰਨਿਆ ਸੀ ਉਹਦੇ ਤੇ ਯਕੀਨ ਹੋ ਗਿਆ। ਇੱਕ ਦਿਨ ਇਹ ਵੀ ਜ਼ਿਕਰ ਕੀਤਾ ਕਿ 5 ਪਿਆਰੇ, ਹਾਲਾਂਕਿ ਉਹ ਭੇਦ ਨਹੀਂ ਦੱਸਦੇ, ਪਰ ਚਲੋ ਗੁਰੂ ਘਰ ਬੈਠੇ ਸੀ, ਦਰਬਾਰ ਵਿੱਚ ਹੀ ਪੁੱਛਿਆ ਵੀ ਕੁਛ ਤਾਂ ਦੱਸੋ ਅੰਮ੍ਰਿਤ ਵਿੱਚ ਕੀ ਹੈ? ਮਹਾਰਾਜ ਕਹਿੰਦੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਕੀ ਹੈ ਅੰਮ੍ਰਿਤ? ਕੋਈ ਤਾਂ ਘਟਨਾ ਐਸੀ ਦੱਸੋ। ਉਹ ਕਹਿਣ ਲੱਗੇ ਇੱਕ ਐਸਾ ਸੱਜਣ ਸੀ ਕਿ ਜਿਹਦਾ ਪੂਰੇ ਦਾ ਪੂਰਾ ਮਾਸ, ਜਿਹੜੀ ਚਮੜੀ ਹੈ ਨਾ, ਗਲ ਚੁੱਕੀ ਸੀ ਪੂਰੀ ਦੀ ਪੂਰੀ। ਜੇ ਉਹਨੂੰ ਹੱਥ ਲਾਉਂਦੇ ਸੀ ਤੇ ਮਾਸ ਹੱਥ ਵਿੱਚ ਆ ਜਾਂਦਾ ਸੀ। ਹਿਸਾਬ ਲਾ ਲਓ ਵੀ ਕਿੰਨਾ ਸਰੀਰ ਉਹਦਾ, ਚਮੜੀ ਉਹਦੀ ਗਲ ਚੁੱਕੀ ਸੀ, ਮੰਜੇ ਤੇ ਪਿਆ। ਤੇ ਉਹਦੀ ਆਖਰੀ ਇੱਛਾ ਇਹ ਸੀ, ਮੈਂ ਖੰਡੇ ਦੀ ਪੌਲ ਲੈਣਾ ਚਾਹੁੰਦਾ, ਮੈਂ ਗੁਰੂ ਕਾ ਸਿੰਘ ਸੱਜਣਾ ਚਾਹੁੰਦਾ। ਪਰ ਡਾਕਟਰਾਂ ਨੇ ਉਹਨੂੰ ਜਵਾਬ ਦਿੱਤਾ, ਇਹ ਹਕੀਕਤ ਹੈ। ਲੁਧਿਆਣੇ ਵਿੱਚ ਉਹ 5 ਪਿਆਰੇ ਮੌਜੂਦ ਹੈ, ਜੇ ਕਹੋ ਤਾਂ ਉਹਨਾਂ ਦਾ ਨੰਬਰ ਵੀ ਲੈ ਸਕਦੇ ਹੋ, ਮਿਲ ਵੀ ਸਕਦੇ ਹੋ ਉਹਨਾਂ ਨੂੰ। ਉਹ ਕਹਿੰਦੇ ਵੀ ਅਸੀਂ, ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ, ਪਰ ਜੇ ਮਾਸ ਨੂੰ ਹੱਥ ਲਾਉਂਦੇ ਆ ਤੇ ਮਾਸ ਹੱਥ ਵਿੱਚ ਆਉਂਦਾ, ਮੰਜੇ ਤੇ ਪਿਆ। ਹੁਣ ਜਦੋਂ ਖੰਡੇ ਦੀ ਪੌਲ ਦੇਣੀ ਆ, ਉਹਨੂੰ ਇਸ਼ਨਾਨ ਵੀ ਕਰਾਉਣਾ, 5 ਕਕਾਰ ਵੀ ਉਹਦੇ ਸਾਬਤ ਹੋਣੇ ਚਾਹੀਦੇ ਆ। ਕਹਿੰਦੇ ਜਦੋਂ ਅਸੀਂ ਉਹਨਾਂ ਦੇ ਘਰ ਜਾ ਕੇ ਦੇਖਿਆ ਵੀ ਇਹ ਤੇ ਕੰਮ ਔਖਾ ਹੈ, ਪਰ ਜੇ ਅੰਮ੍ਰਿਤ ਦੀ ਦਾਤ ਨਾ ਦਿੱਤੀ ਤਾਂ ਵੀ ਕੰਮ ਔਖਾ ਹੈ, ਕਿਉਂਕਿ ਇਹਦੀ ਇੱਛਾ ਹੈ ਕਿ ਮੈਂ ਗੁਰੂ ਕਾ ਸਿੰਘ ਸੱਜਣਾ ਚਾਹੁੰਦਾ, ਮੈਂ ਐਵੇਂ ਅਧੂਰਾ ਨਹੀਂ ਜਾਣਾ ਚਾਹੁੰਦਾ। ਕੀ ਕੀਤਾ? ਉਹ ਕਹਿੰਦੇ ਪ੍ਰਬੰਧ ਕੀਤਾ ਗਿਆ, ਫਿਰ ਅੰਮ੍ਰਿਤ ਸੰਚਾਰ ਦਾ ਪ੍ਰਬੰਧ ਕੀਤਾ, ਮੰਜੇ ਤੇ ਪਿਆ ਹੀ ਇਸ਼ਨਾਨ ਕਰਵਾ ਦਿੱਤਾ। ਔਰ ਉਹਦੇ ਸੇਸ ਦੇ ਕੇਸ ਜਿਹੜੇ ਸੀ ਹੌਲੀ ਹੌਲੀ ਕੰਗੇ ਨਾਲ ਵਾ ਕੇ, ਤੇ ਕੰਗਾ ਜਿਹੜਾ ਸੀ ਉਹ ਲਾ ਕੇ, ਤੇ ਨਾਲ ਕੇਸਗੀ ਜਿਹੜੀ ਹੈ ਸਜਾ ਦਿੱਤੀ ਗਈ। 5 ਕਕਾਰ ਜਿਹੜਾ ਕੜਾ ਸੀ ਉਹ ਵੀ ਹੱਥ ਦੇ ਨਾਲ, ਜਿਹੜਾ ਉਹ ਜਿਵੇਂ ਵੀ ਕਹਿੰਦੇ ਅਸੀਂ ਔਖੇ ਸੌਖੇ ਹੋ ਕੇ ਕੀਤਾ। ਤੇ ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ, ਤੇ ਆਪ ਜੀ ਜਿਨ੍ਹਾਂ ਨੇ ਖੰਡੇ ਦੀ ਪੌਲ ਲਈ ਹੈ, ਪਤਾ ਹੈ ਕਿ ਅੰਮ੍ਰਿਤ ਜਿਹੜਾ ਉਹ ਜਦੋਂ ਅਸੀਂ ਅੰਮ੍ਰਿਤ ਪਾਨ ਕਰਦੇ ਹਾਂ ਤੇ ਪਹਿਲਾਂ ਅੱਖਾਂ ਵਿੱਚ ਛਿੱਟੇ ਵੱਜਦੇ ਆ, ਤੇ ਜਿੰਨੇ ਛਿੱਟੇ ਵੱਜਣੇ ਆ ਉਹਨਾਂ ਚਿਰ ਰਸਨਾ ਤੋਂ ਕੀ ਨਿਕਲਣਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਖਾਂ ਵਿੱਚ, ਫਿਰ ਸਿਰ ਦੀ ਚੋਟੀ ਵਿੱਚ, ਤੇ ਜਦੋਂ ਮੁੱਖ ਵਿੱਚ ਕਹਿੰਦੇ ਅੰਮ੍ਰਿਤ ਪਾਇਆ,
ਉਹ ਚਲੋ ਗੁਰੂ ਸਾਹਿਬ ਨੇ ਸੇਵਾ ਲੈ ਲਈ। ਜਦੋਂ ਸੇਵਾ ਲੈ ਲਈ ਤੇ ਕਹਿੰਦੇ ਮਸਾਂ 6 ਮਹੀਨੇ ਬਤੀਤ ਹੋਏ ਸੀ, 6 ਮਹੀਨੇ। ਤੇ 6 ਮਹੀਨਿਆਂ ਬਾਅਦ ਉਹਨਾਂ 5 ਪਿਆਰਿਆਂ ਵਿੱਚੋਂ ਉਹ ਸੱਜਣ ਕਹਿੰਦੇ ਨੇ ਉਹਦੇ ਮੋਢੇ ਤੇ ਹੱਥ ਰੱਖ ਕੇ ਇੱਕ ਬੰਦਾ ਕਹਿੰਦਾ ਮੈਨੂੰ ਪਛਾਣਿਆ ਤੁਸੀਂ? ਉਹ ਕਹਿਣ ਲੱਗੇ ਵੀ ਨਹੀਂ। ਕਹਿੰਦੇ ਵੀ ਤੁਸੀਂ ਗੁਰੂ ਸਾਹਿਬ ਤੁਹਾਡੇ ਕੋਲੋਂ ਸੇਵਾ ਲੈਂਦੇ ਆ 5 ਪਿਆਰਿਆਂ ਦੇ ਰੂਪ ਵਿੱਚ। ਉਹ ਕਹਿੰਦੇ ਪਤਾ ਹੀ ਨਹੀਂ ਕਿੰਨੀ ਕੁ ਸੇਵਾ ਮਹਾਰਾਜ ਨੇ ਲੈ ਲਈ, ਪਰ ਤੁਸੀਂ ਕੌਣ ਹੋ? ਕਹਿੰਦੇ ਮੈਂ ਉਹ ਹਾਂ ਜਿਹਨੂੰ ਤੁਸੀਂ ਮੰਜੇ ਤੇ ਪਏ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਆਏ ਸੀ। ਅਸੀਂ ਕਹਿੰਦੇ ਅੰਮ੍ਰਿਤ 'ਚ ਕੀ ਹੈ? ਅੰਮ੍ਰਿਤ ਵਿੱਚ ਕੀ ਹੈ? ਉਹ ਅੰਮ੍ਰਿਤ ਪਾਣੀ ਨਾਲ ਤਿਆਰ ਨਹੀਂ ਹੋਇਆ, ਉਹ ਅੰਮ੍ਰਿਤ ਪਤਾਸਿਆਂ ਨਾਲ ਤਿਆਰ ਨਹੀਂ ਹੋਇਆ, ਉਹ ਅੰਮ੍ਰਿਤ ਗੁਰਬਾਣੀ ਨਾਲ ਤਿਆਰ ਹੋਇਆ। ਤੇ ਗੁਰਬਾਣੀ ਵਿੱਚ ਕੀ ਹੈ? ਸਰਬ ਰੋਗ ਕਾ ਔਖਦ ਨਾਮ। ਗੁਰਬਾਣੀ ਵਿੱਚ ਸਾਰੇ ਹੀ ਰੋਗ ਦੀ ਦਵਾ ਹੈ। ਤੇ ਜਦੋਂ ਉਹ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਹੈ ਤੇ ਕਿਸ ਤਰ੍ਹਾਂ ਹੁੰਦਾ ਹੈ? 5 ਪਿਆਰਿਆਂ ਦੇ ਹੱਥ ਬਾਟੇ ਨਾਲ ਜੁੜੇ, ਨਿਗਾਹ ਉਸ ਬਾਟੇ ਦੇ ਵਿੱਚ ਹੁੰਦੀ ਆ ਤੇ ਖੰਡਾ ਚੱਲ ਰਿਹਾ ਹੁੰਦਾ ਹੈ ਤੇ ਬਾਣੀਆਂ ਦਾ ਪਾਠ ਹੋ ਰਿਹਾ ਹੁੰਦਾ ਹੈ। ਫਿਰ ਜਾ ਕੇ ਇਹ 5 ਕਕਾਰ ਜਿਹੜੇ ਆ ਸਾਡੇ ਤਨ ਉੱਤੇ ਸਜਦੇ ਆ, ਜਿਨ੍ਹਾਂ ਦੇ ਵਿੱਚ ਕਿਉਂਕਿ ਨਾਲ ਨਾਲ ਇਹਦੀ ਮਹੱਤਤਾ ਨੂੰ ਵੀ ਬਿਆਨ ਕਰਨਾ ਹੈ। ਕੇਸ ਇਹ ਕੁਦਰਤੀ ਸਾਨੂੰ ਮਹਾਰਾਜ ਨੇ ਦਿੱਤੇ ਆ, ਕਿਉਂਕਿ ਕੇਸਾਂ ਨੂੰ ਜੇ ਅਸੀਂ ਕੈਂਚੀ ਲਾਉਂਦੇ ਆ ਤਾਂ ਹੋਰ ਧਰਮ ਦੇ ਬਣਦੇ ਆ। ਜਿਹੜੇ ਹੋਰ ਧਰਮਾਂ ਦੇ ਲੋਕ ਨੇ ਜੇ ਉਹ ਜਨਮ ਵੇਲੇ ਕੈਂਚੀ ਨਾ ਲਾਉਣ ਤਾਂ ਜੰਮਦਾ ਹਰ ਕੋਈ ਸਿੱਖ ਹੈ। ਜੇ ਅਸੀਂ ਕੁਦਰਤੀ ਤੌਰ ਤੇ ਵੇਖਾਂਗੇ ਨਾ, ਪਰਮਾਤਮਾ ਨੇ ਜਿਵੇਂ ਪੈਦਾ ਕੀਤਾ ਉਵੇਂ ਰਹਿ ਕੇ ਵੇਖੋ ਤੇ ਸਾਰੇ ਹੀ ਇੱਕੋ ਜਿਹੇ ਨਜ਼ਰ ਆਉਣਗੇ। ਔਰ ਜਿੰਨੇ ਵੀ ਪੀਰ ਪੈਗੰਬਰ ਹੋਏ ਨੇ, ਭਾਵੇਂ ਇਸਲਾਮ ਧਰਮ ਹੈ, ਭਾਵੇਂ ਉਹ ਸਨਾਤਨ ਧਰਮ ਹੈ, ਭਾਵੇਂ ਉਹ ਈਸਾਈ ਧਰਮ ਹੈ, ਜਿੰਨੇ ਵੀ ਇਹਨਾਂ ਦੇ ਪੀਰ ਪੈਗੰਬਰ ਵੇਖੋ ਸਾਰੇ ਸਾਬਤ ਸੂਰਤ ਹੀ ਨੇ, ਸਾਬਤ ਸੂਰਤ ਨੇ। ਬਕਾਇਦਾ ਤਸਵੀਰਾਂ ਸਾਬਤ ਸੂਰਤ ਦੀਆਂ ਬਣਦੀਆਂ ਨੇ। ਇਹਦਾ ਮਤਲਬ ਇਹ ਚਾਲ ਅਸੀਂ ਹੀ ਨਵੀਂ ਸ਼ੁਰੂ ਕੀਤੀ ਸੀ। ਪਰ ਚਲੋ ਖੈਰ, ਮਹਾਰਾਜ ਕਹਿੰਦੇ ਕੇਸ ਲੋਕ ਕਹਿੰਦੇ ਆ ਕੱਟਣੇ ਨੇ, ਨਹੀਂ ਅਸੀਂ ਕਹਿੰਦੇ ਆ ਕਤਲ ਕਰਨੇ ਨੇ, ਕਿਉਂਕਿ ਇਹਨਾਂ ਵਿੱਚ ਵੀ ਜਾਨ ਹੈ। ਤੇ ਜਿਹਦੇ ਚ ਜਾਨ ਹੋਵੇ ਕਤਲ ਉਹਦਾ ਹੀ ਕੀਤਾ ਜਾਂਦਾ ਨਾ। ਇਹ ਕਤਲ ਹੁੰਦੇ ਆ। ਮਹਾਰਾਜ ਕਹਿੰਦੇ ਕੇਸਾਂ ਵਿੱਚ 2 ਵਕਤ ਕੰਗਾ ਫੇਰ ਇਹਦੀ ਸਫਾਈ ਕਰਿਆ ਕਰ, ਔਰ ਕੰਗਾ ਵੀ ਲੱਕੜ ਦਾ ਹੋਵੇ। ਉਹ ਪੁੱਛਿਆ, ਇੱਕ ਡਾਕਟਰ ਸਾਹਿਬ ਨੂੰ ਪੁੱਛਿਆ ਵੀ ਇਹ ਲੱਕੜ ਦੇ ਕੰਗਾ ਕਿਉਂ? ਕਿਉਂਕਿ ਅੱਜ ਕੱਲ ਤਾਂ ਪਲਾਸਟਿਕ ਦੇ ਵੀ ਚੱਲਦੇ ਆ, ਹੋਰ ਧਾਤਾਂ ਦੇ ਵੀ ਚੱਲਦੇ ਆ। ਉਹਨਾਂ ਕਹਿੰਦੇ ਅਸੀਂ ਸਰਚ ਕਰਕੇ ਵੇਖਿਆ ਕਿ ਜਿਹੜਾ ਲੱਕੜ ਦਾ ਕੰਗਾ, ਕਈਆਂ ਦੇ ਨਾ ਅੱਧਾ ਸਿਰ ਦਰਦ ਹੋਣ ਦੀ ਪ੍ਰੋਬਲਮ ਹੈ, ਤੁਹਾਨੂੰ ਪਤਾ ਹੋਏਗਾ, ਕਈਆਂ ਦਾ ਅੱਧਾ ਸਿਰ ਦੁਖਦਾ ਅੱਧਾ ਨਹੀਂ ਦੁਖਦਾ। ਉਹ ਕਹਿੰਦੇ ਅਸੀਂ ਬੜੇ ਪਰੇਸ਼ਾਨ ਆ, ਇੱਕ ਪਾਸਾ ਹੀ ਦਰਦ ਕਰਦਾ ਦੂਜਾ ਨਹੀਂ ਕਰਦਾ, ਪੂਰਾ ਸਿਰ ਦਰਦ ਨਹੀਂ ਕਰਦਾ, ਅੱਧਾ ਹੀ ਸਿਰ ਦਰਦ ਕਰਦਾ ਹੈ। ਤੇ ਡਾਕਟਰ ਵੀ ਇਸ ਗੱਲ ਨੂੰ ਮੰਨਦੇ ਆ ਵੀ ਜੇ 2 ਵਕਤ ਲੱਕੜ ਦਾ ਕੰਗਾ ਕੇਸਾਂ 'ਚ ਫੇਰੋਗੇ ਤੇ ਉਹ ਦਰਦ ਵੀ ਚਲੀ ਜਾਏਗੀ। ਮਹਾਰਾਜ ਨੇ ਐਵੇਂ ਨਹੀਂ ਲੱਕੜ ਦਾ ਕੰਗਾ ਦਿੱਤਾ। ਕਹਿੰਦੇ ਨੇ ਇਹ ਜਿਹੜੀਆਂ ਨਾੜਾਂ ਨੇ ਦਿਮਾਗ ਦੇ ਵਿੱਚ, ਇਹਦਾ ਤੇ ਲੱਕੜ ਦੇ ਕੰਗੇ ਦਾ ਕਨੈਕਸ਼ਨ ਬਣਦਾ ਹੈ, ਸੁਚੇਤ ਹੋ ਜਾਂਦਾ ਹੈ, ਇਹ ਜਾਗਰਤਾ ਆਉਂਦੀ ਹੈ ਦਿਮਾਗ ਦੇ ਵਿੱਚ। ਇਸ ਲਈ ਮਹਾਰਾਜ ਨੇ ਕੇਸ ਕੰਗਾ ਵੀ ਦਿੱਤਾ, ਕੜਾ ਵੀ ਦਿੱਤਾ। ਤੇ ਕੜਾ ਕਿਹੜਾ ਸੀ? ਸਾਬਤ। ਆ ਜਿਹੜਾ ਸਾਨੂੰ ਸਰਬ ਲੋਹ ਦਾ ਕੜਾ ਦਿੱਤਾ, ਕਿਉਂ? ਕਿਉਂਕਿ ਇਹ ਕਿਸੇ ਵਹਿਮ ਭਰਮ ਚ ਨਾ ਪਾਵੇ। ਅੱਜ ਵੀ ਤੁਸੀਂ ਸਿਆਣੇ ਬਜ਼ੁਰਗ ਸੂਝਵਾਨ ਬੈਠੇ ਹੋ, ਕਿਸੇ ਕੋਈ ਤਾਂਤਰਿਕ ਕੋਲ ਕੋਈ ਜਾਵੇ ਨਾ, ਤੇ ਉਹ ਪਹਿਲਾਂ ਇਹ ਕਹਿੰਦਾ ਵੀ ਤੁਹਾਡੇ ਤਨ ਤੇ ਕੋਈ ਲੋਹੇ ਦੀ ਚੀਜ਼ ਤਾਂ ਨਹੀਂ। ਜੇ ਤੁਹਾਡੇ ਕੋਲ ਕੋਈ ਲੋਹੇ ਦੀ ਚੀਜ਼ ਹੈ ਤੇ ਉਹਨੂੰ ਬਾਹਰ ਰੱਖ ਦਿਓ, ਕਿਉਂਕਿ ਉਹਨੂੰ ਪਤਾ ਹੈ ਵੀ ਜਿੱਥੇ ਲੋਹਾ ਹੋਏਗਾ ਉੱਥੇ ਅਸਰ ਕੋਈ ਨਹੀਂ ਹੋਣਾ। ਇਸ ਲਈ ਮਹਾਰਾਜ ਕਹਿੰਦੇ ਇਹ ਤੁਸੀਂ ਜਿਹੜਾ ਵਹਿਮ ਭਰਮ ਕਰਦੇ ਹੋ ਨਾ, ਸ਼ਨੀਵਾਰ ਦਾ ਵਹਿਮ ਹੈ ਵੀ ਲੋਹਾ ਜਿਹੜਾ ਉਹ ਤੁਸੀਂ ਨਹੀਂ ਖਰੀਦਣਾ ਪਾਉਣਾ। ਤੇ ਮਹਾਰਾਜ ਕਹਿੰਦੇ ਨਿਆਰਾਪਨ ਕੀ ਹੈ? ਗੁਰੂ ਕਾ ਖਾਲਸਾ ਹਰ ਵੇਲੇ ਸਰਬ ਲੋਹ ਦੇ ਵਿੱਚ ਰਹੇਗਾ, ਸਰਬ ਲੋਹ ਵਿੱਚ ਰਹੇਗਾ। ਇੱਕ ਦਿਨ ਇਹ ਵੀ ਆਇਆ, ਚਲੋ ਸਮਾਂ ਵੀ ਹੁੰਦਾ ਜਾ ਰਿਹਾ, ਇੱਕ ਦਿਨ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ ਅੱਜ ਸ਼ਨੀ ਹੈ, ਤੇ ਮਹਾਰਾਜ ਕਹਿੰਦੇ ਆ ਲੈ ਫਿਰ ਤੇਲ ਵੀ ਲੈ ਜਾ ਤੇ ਲੋਹਾ ਵੀ ਲੈ ਜਾ। ਤੇ ਰਾਹ 'ਚ ਸਿੰਘਾਂ ਨੇ ਘੇਰ ਲਿਆ, ਕਹਿਣ ਲੱਗੇ ਤੂੰ ਇੱਥੋਂ ਆਨੰਦਪੁਰ ਸਾਹਿਬ ਦੀ ਪੁਰੀ ਵਿੱਚੋਂ ਦੀ ਲੋਹਾ ਤੇ ਤੇਲ ਕਿੱਦਾਂ ਲੈ ਚੱਲਿਆ? ਉਹ ਕਹਿੰਦੇ ਤੁਹਾਡੇ ਗੁਰੂ ਨੇ ਦਿੱਤਾ। ਉਹ ਕਹਿੰਦੇ ਹੋ ਹੀ ਨਹੀਂ ਸਕਦਾ, ਸਾਡੇ ਗੁਰੂ ਨੇ ਦਿੱਤਾ ਹੈ। ਉਹਨਾਂ ਕਿਹਾ ਨਹੀਂ ਤੁਹਾਡੇ ਗੁਰੂ ਨਹੀਂ ਦਿੱਤਾ ਹੈ। ਪੁੱਛਿਆ ਮਹਾਰਾਜ
ਪੁੱਛਣਾ ਕੀ, ਖੈਰ ਕਹਿੰਦੇ ਉਹ ਤੇਲ ਵੀ ਲੈ ਲਿਆ, ਲੋਹਾ ਵੀ ਲੈ ਲਿਆ, ਉਹਦੇ ਘੜ ਕੇ ਕੜੇ ਬਣਾ ਦਿੱਤੇ ਤੇ ਤੇਲ ਵਿੱਚ ਪਕੌੜੇ ਕੱਢ ਕੇ ਲਿਆਂਦੇ, ਮਹਾਰਾਜਾ ਛਕੋ। ਤੇ ਸਤਿਗੁਰੂ ਮੁਸਕਰਾ ਪਏ, ਪਤਾ ਸੀ ਨਾ ਵੀ ਮੇਰਾ ਖਾਲਸਾ ਕਿੰਨਾ ਕੁ ਨਿਆਰਾ ਹੈ। ਕਹਿਣ ਲੱਗੇ ਮਹਾਰਾਜ ਨੇ ਜਦੋਂ ਛਕੇ ਕਹਿੰਦੇ ਸਵਾਦ ਬੜੇ ਆ। ਤੇ ਸਿੰਘ ਕਹਿੰਦੇ ਮਹਾਰਾਜ ਇਹ ਉਹੀ ਤੇਲ 'ਚ ਕੱਢੇ ਆ ਜਿਹੜੇ ਤੁਸੀਂ ਸ਼ਨੀ ਕਰਕੇ ਦਿੱਤੇ ਆ। ਕਹਿੰਦੇ ਆਹ ਕੜਾ, ਕਹਿੰਦੇ ਕੜਾ ਵੀ ਲਓ ਮਹਾਰਾਜ, ਅਸੀਂ ਤਿਆਰ ਘੜ ਕੇ ਲਿਆਏ ਆ, ਪਾ ਲਓ। ਮਹਾਰਾਜ ਕਹਿੰਦੇ ਇਹ ਕਿੱਥੋਂ? ਕਹਿੰਦੇ ਉਹ ਜਿਹੜੇ ਸ਼ਨੀ ਦੇ ਕਰਕੇ ਤੁਸੀਂ ਲੋਹਾ ਦਿੱਤਾ ਸੀ ਉਹਦੇ ਘੜ ਕੇ ਲਿਆਏ। ਤੇ ਮਹਾਰਾਜ ਹੱਸ ਪਏ, ਹੱਸ ਕੇ ਕਹਿੰਦੇ ਖਾਲਸਾ ਜੀ ਅਸਲ ਵਿੱਚ ਮੈਂ ਦਿੱਤਾ ਨਹੀਂ, ਮੈਂ ਤੁਹਾਨੂੰ ਦੇਖਦਾ ਸੀ ਵੀ ਮੇਰਾ ਖਾਲਸਾ ਕਿੱਥੇ ਖੜਾ ਹੈ। ਤੇ ਅੱਜ ਦੇਖੀਦਾ ਅਸੀਂ ਚਾਂਦੀ ਦੇ ਕੜੇ ਪਾਏ ਹੁੰਦੇ ਆ, ਅੱਜ ਅਸੀਂ ਦੇਖੀਦਾ ਅੱਜ ਸਾਡਾ ਹੱਥ ਵਿੱਚ ਕੜਾ ਪਾਇਆ ਹੁੰਦਾ ਹੈ, ਪਰ ਅਸੀਂ ਖਲੋਤੇ ਕਿਸੇ ਮੜੀ ਦੇ ਅੱਗੇ ਹੁੰਨੇ ਆ। ਇਸੇ ਹੱਥ ਵਿੱਚ ਕੜਾ ਤੇ ਇਸੇ ਹੱਥ ਵਿੱਚ ਧਾਗਾ ਬੰਨਿਆ ਹੁੰਦਾ ਹੈ, ਇਸੇ ਹੱਥ ਵਿੱਚ ਕੜਾ ਤੇ ਇਸੇ ਹੱਥ ਦੀਆਂ ਉਂਗਲਾਂ 'ਚ ਨੱਗ ਪਾਏ ਹੁੰਦੇ ਆ। ਇਹ ਨਿਆਰਾਪਨ ਨਹੀਂ ਸਾਡਾ, ਸਾਨੂੰ ਇਹ ਖਲ ਸਰੂਪ ਨਹੀਂ ਮਹਾਰਾਜ ਨੇ ਦਿੱਤਾ। ਸੇਵਕ ਮੁਸਕਰਾ ਕੇ ਕਹਿੰਦੇ ਮੈਂ ਤੇ ਤੁਹਾਨੂੰ ਵੇਖਦਾ ਸਾਂ ਵੀ ਤੁਸੀਂ ਕਿੱਥੇ ਖਲੋਤੇ ਹੋ। ਸਤਿਗੁਰੂ ਮਹਾਰਾਜ ਨੇ ਸਾਨੂੰ ਕਸ਼ਹਿਰਾ ਦਿੱਤਾ, ਸਾਡਾ ਕਰੈਕਟਰ, ਸਾਡਾ ਆਚਰਣ ਉੱਚਾ ਰਵੇ। ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਨੇ ਪਹਿਲਾ ਸ਼ਬਦ ਹੀ ਇਹ ਸੁਣਿਆ ਸੀ, ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ। ਸਾਡੀ ਕਰਨੀ ਇਹ ਕਾਗਜ਼ ਹੈ, ਸਾਡਾ ਕਰੈਕਟਰ ਕਾਗਜ਼ ਹੈ। ਜਿੱਦਾਂ ਦੀ ਸੋਚ ਰੱਖੋਗੇ ਸਾਡੇ ਕਰੈਕਟਰ ਰੂਪੀ ਕਾਗਜ਼ ਤੇ ਉਹੀ ਕੁਝ ਲਿਖਿਆ ਜਾਣਾ ਹੈ। ਮਹਾਰਾਜ ਨੇ ਸਾਨੂੰ ਕਿਰਪਾਨ ਦਿੱਤੀ ਤੇ ਸਾਡੇ ਜਿਨ੍ਹਾਂ ਨੂੰ ਇਹ ਪਤਾ ਸੀ ਨਾ ਵੀ 5 ਕਕਾਰ ਜਿਹੜੇ ਨੇ ਇਹ ਚੜ੍ਹਦੀ ਕਲਾਂ 'ਚ ਰਹਿੰਦੇ ਆ, ਉਹਨਾਂ ਨੇ ਕਮਜ਼ੋਰ ਕਰਨ ਲਈ ਪਤਾ ਕੀ ਕੀਤਾ? ਉਹਨਾਂ ਆਖਿਆ ਇਦਾਂ ਕਰੋ ਤੁਸੀਂ ਕੰਘਾ ਵੀ ਕੇਸਾਂ 'ਚ ਨਾ ਫੇਰਿਆ ਕਰੋ, ਇੱਕ ਪਲਾਸਟਿਕ ਦਾ ਲੈ ਕੇ ਤੇ ਨਾਲ ਬੰਨ੍ਹ ਲਓ। ਨਾ ਤੁਸੀਂ ਕੇਸਾਂ ਵਿੱਚ ਕੰਘਾ ਫੇਰੋ ਤੇ ਨਾ ਤੁਹਾਡੀ ਦਿਮਾਗ ਦੀ ਸ਼ਕਤੀ ਵਧੇ, ਨਾ ਤੁਹਾਡੀ ਦਿਮਾਗ ਦੀਆਂ ਨਾੜਾਂ ਚੱਲਣ। ਇਹ ਇੱਕ ਨੁਕਸਾਨ ਕਰਨ ਵਾਸਤੇ ਦਿੱਤਾ ਸੀ ਸਾਨੂੰ, ਅਸੀਂ ਉਹਨੂੰ ਫੈਸ਼ਨ ਬਣਾ ਲਿਆ। ਜੇ ਕੰਘਾ ਕੇਸਾਂ ਵਿੱਚ ਰਹੇਗਾ ਤੁਹਾਡੀਆਂ ਨਾੜਾਂ ਦਿਮਾਗ ਦੀਆਂ ਸਹੀ ਰਹਿਣਗੀਆਂ, ਤੇ ਜੇ ਕੰਘਾ ਨਹੀਂ ਹੋਏਗਾ ਕੇਸਾਂ ਵਿੱਚ ਫਿਰ ਸਾਡੀ ਦਿਮਾਗੀ ਹਾਲਤ ਕਮਜ਼ੋਰ ਹੋ ਜਾਏਗੀ। ਇਸ ਲਈ ਸਾਨੂੰ ਕਹਿੰਦੇ ਵੀ ਤੁਸੀਂ ਇਦਾਂ ਕਰੋ, ਕਿਰਪਾਨ ਵੀ ਇੱਕ ਡੋਰੀ ਲੈ ਲਓ ਤੇ ਬਸ ਉਹਦੇ ਨਾਲ ਛੋਟੀ ਜਿਹੀ ਇੱਕ ਲਮਕਾ ਲਓ, ਕੰਘਾ ਉਹਦੇ ਨਾਲ ਤੇ ਬਸ ਗੱਲ। ਉਹ ਸਾਨੂੰ ਕਮਜ਼ੋਰ ਕਰਨ ਵਾਸਤੇ ਸੀ, ਅਸੀਂ ਕਿਉਂ ਨਹੀਂ ਸਮਝ ਪਾਏ। ਸਤਿਗੁਰੂ ਮਹਾਰਾਜ ਨੇ ਕਿਰਪਾਨ ਦਿੱਤੀ। ਧਿਆਨ ਰੱਖਿਓ ਕਿਰਪਾਨ ਦੇ ਮੋਰਚੇ ਪਹਿਲਾਂ ਵੀ ਲੱਗਦੇ ਆਏ ਆ। 1922 ਵਿੱਚ ਵੀ ਮੋਰਚਾ ਲੱਗਾ ਸੀ, 1921 ਦੇ ਵਿੱਚ ਨਨਕਾਣਾ ਸਾਹਿਬ ਦਾ ਸਾਕਾ ਹੋਇਆ। ਉਸ ਤੋਂ ਬਾਅਦ ਅੰਗਰੇਜ਼ ਜਿਹੜੇ ਆ ਉਹ ਕਾਬਜ ਹੁੰਦੇ ਆ। ਤੇ ਜਦੋਂ ਕਹਿਣ ਲੱਗੇ ਫਿਰ ਜਦੋਂ ਸਮਾਂ ਆਉਂਦਾ ਤੇ ਸਾਨੂੰ ਉਹਨਾਂ ਨੇ ਆਖਿਆ ਵੀ ਕਿਰਪਾਨ ਇਹ ਜਿਹੜੀ ਆ ਉਤਾਰ ਦਿੱਤੀ ਜਾਏ। ਜਾਂ ਜਿਸ ਉਸ ਤੋਂ ਪਹਿਲਾਂ ਵੀ ਇੱਕ ਕਿਰਪਾਨ ਦਾ ਮੋਰਚਾ 2-3 ਵਾਰ ਕਿਰਪਾਨ ਦੇ ਮੋਰਚੇ ਲੱਗੇ ਆ ਕਿ ਕਿਰਪਾਨ ਇਹ ਸਾਡੇ 5 ਕਕਾਰਾਂ ਵਿੱਚ ਇੱਕ ਵਰਦੀ ਹੈ, ਅਸੀਂ ਇਹਦੇ ਤੋਂ ਅਲੱਗ ਨਹੀਂ ਰਹਿ ਸਕਦੇ, ਅਸੀਂ ਇਹਦੇ ਤੋਂ ਦੂਰ ਹੋ ਕੇ ਨਹੀਂ ਰਹਿ ਸਕਦੇ ਹਾਂ। ਕਿਉਂਕਿ ਇਹ ਮਹਾਰਾਜ ਨੇ ਕਿਸੇ ਤੇ ਜ਼ੁਲਮ, ਕਿਸੇ ਤੇ ਜ਼ਾਲਮ ਤੇ ਜ਼ੁਲਮ ਕਰਨ ਵਾਸਤੇ ਨਹੀਂ ਦਿੱਤੀ ਹੈ, ਅਤਿਆਚਾਰ ਕਰਨ ਵਾਸਤੇ ਨਹੀਂ, ਇਹ ਕਿਰਪਾ ਕਰਨ ਵਾਸਤੇ ਦਿੱਤੀ ਹੈ। ਇਹ ਕਿਸੇ ਦੀ ਆਨ ਤੇ ਸ਼ਾਨ ਨੂੰ ਬਚਾਉਣ ਵਾਸਤੇ ਦਿੱਤੀ ਹੈ। ਜੇ ਗੁਰੂ ਕੇ ਸਿੰਘ, ਗੁਰੂ ਕਾ ਖਾਲਸਾ ਰਾਤ ਨੂੰ 12 ਵਜੇ ਹੱਥਾਂ ਵਿੱਚ ਕਿਰਪਾਨ ਲੈ ਕੇ ਚੱਲਦਾ ਹੈ ਤੇ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰਨ ਥੋੜੀ ਚੱਲਦਾ ਹੈ, ਜਾਂ ਕਿਸੇ ਦੀ ਧੀ ਭੈਣ ਨੂੰ ਕੱਢਣ ਲਈ ਨਹੀਂ ਚੱਲਦਾ, ਉਹ ਸਗੋਂ ਅਬਦਾਲੀ ਕੋਲੋਂ ਭਾਰਤ ਦੀਆਂ ਧੀਆਂ ਨੂੰ ਛਡਾਉਣ ਵਾਸਤੇ ਚੱਲਦਾ ਹੈ। ਮਹਾਰਾਜ ਕਹਿੰਦੇ ਇਹ ਕਿਰਪਾਨ ਇਸ ਵਾਸਤੇ ਦਿੱਤੀ ਹੈ ਕਿ ਤੇਰੇ ਲਈ ਸਾਰੀਆਂ ਦੀਆਂ ਧੀਆਂ ਭੈਣਾਂ ਤੇਰੀਆਂ ਧੀਆਂ ਭੈਣਾਂ ਦੇ ਬਰਾਬਰ ਹੋਣ। ਸਾਡੀ ਸੋਚ ਇੰਨੀ ਉੱਚੀ ਰੱਖ ਕੇ ਦਿੱਤੀ ਹੈ, ਪਰ ਅਫਸੋਸ ਸਮੇਂ ਨਾਲ ਮੋਰਚੇ ਲੱਗਦੇ ਆਏ। ਅੱਜ ਵੀ ਅਸੀਂ ਉੱਥੇ ਹੀ ਖਲੋਤੇ ਹੋਏ ਹਾਂ। ਅੱਜ ਸਾਨੂੰ ਦੱਸਣਾ ਪੈਂਦਾ ਹੈ ਕਿ ਇਹ ਕਿਰਪਾਨ ਅਸੀਂ ਕਿਉਂ ਪਾਈ ਹੋਈ ਹੈ, ਇਹ ਕਾਹਦੇ ਲਈ ਅਸੀਂ ਪਾਉਂਦੇ ਹਾਂ। ਸਾਨੂੰ ਮਹਾਰਾਜ ਨੇ ਸ਼ਸਤਰ ਧਾਰੀ ਕਿਉਂ ਬਣਾਇਆ ਹੈ, ਅਸੀਂ ਹੱਥ 'ਚ ਕੜਾ ਕਿਉਂ ਪਾਉਂਦੇ ਹਾਂ, ਅਸੀਂ ਸਾਬਤ ਸੂਰਤ ਕਿਉਂ ਹਾਂ, ਇਹ ਦੱਸਣਾ ਪੈਂਦਾ ਹੈ ਸਾਨੂੰ। ਇੱਕ ਹੈਰਾਨੀ ਵਾਲੀ ਗੱਲ ਕਿ ਪੰਜਾਬ ਦੀ ਧਰਤੀ ਤੇ ਕਮਜ਼ੋਰ ਹੁੰਦੇ ਜਾ ਰਹੇ ਆ, ਤੇ ਜਦੋਂ ਵਿਦੇਸ਼ਾਂ ਵਿੱਚ ਵੇਖਦੇ ਆ ਤੇ ਮਨ ਬੜਾ ਖੁਸ਼ ਹੁੰਦਾ ਹੈ। ਉੱਥੇ ਬਕਾਇਦਾ ਲੜਾਈਆਂ ਲੜੀਆਂ ਜਾ ਰਹੀਆਂ ਨੇ ਦਸਤਾਰ ਵਾਸਤੇ,
ਬਕਾਇਦਾ ਲੜਾਈਆਂ ਲੜੀਆਂ ਜਾ ਰਹੀਆਂ ਨੇ ਸ਼ਸਤਰ ਧਾਰੀ ਹੋ ਕੇ ਰਹਿਣ ਵਾਸਤੇ। ਅਸੀਂ ਪੰਜਾਬ ਦੀ ਧਰਤੀ ਤੇ ਸ਼ਸਤਰ ਤੋਂ ਪਰੇ ਹੁੰਦੇ ਜਾ ਰਹੇ ਹਾਂ। ਤੇ ਉਹ ਸ਼ਸਤਰ ਇੱਥੋਂ ਵੀ ਛੱਡੋ, ਜਦੋਂ ਕੋਈ ਅੰਗਰੇਜ਼ ਪੰਜਾਬ ਦੀ ਧਰਤੀ ਤੇ ਆਉਂਦਾ ਨਾ ਬਾਣੇ ਤੇ ਬਾਣੀ ਦੇ ਰੰਗ ਵਿੱਚ ਰੰਗਿਆ, ਤੇ ਜਦੋਂ ਉਹ ਕੀਰਤਨ ਕਰਦਾ ਨਾ ਤੇ ਫਿਰ ਮਨ ਨੂੰ ਬੜਾ ਦੁੱਖ ਹੁੰਦਾ ਵੀ ਮਨਾ, ਪੰਜਾਬ ਦੀ ਧਰਤੀ ਤੇ ਜਿੱਥੇ ਮਹਾਰਾਜ ਨੇ ਖਾਲਸਾ ਪ੍ਰਗਟ ਕੀਤਾ, ਇਹ ਉਹ ਪੰਜਾਬ ਦੀ ਧਰਤੀ ਹੈ ਜਿੱਥੇ ਚਮਕੌਰ ਸਾਹਿਬ ਵਰਗਾ ਅਸਥਾਨ ਹੈ, ਜਿੱਥੇ ਸਰਹੰਦ, ਜਿੱਥੇ ਫਤਿਹਗੜ੍ਹ ਸਾਹਿਬ ਵਰਗੇ ਅਸਥਾਨ ਨੇ। ਅਸੀਂ ਉੱਥੇ ਸਿੱਖੀ ਨੂੰ ਵਿਸਾਰਦੇ ਜਾ ਰਹੇ ਹਾਂ ਤੇ ਉਹ ਸਿੱਖੀ ਨੂੰ ਅਪਣਾਉਂਦੇ ਜਾ ਰਹੇ ਨੇ। ਅਸੀਂ ਫੈਸ਼ਨ ਦੇ ਰੰਗ ਵਿੱਚ ਰੰਗਦੇ ਜਾ ਰਹੇ ਹਾਂ, ਉਹ ਫੈਸ਼ਨ ਛੱਡ ਕੇ ਤੇ ਸਾਡਾ ਬਾਣੇ ਤੇ ਬਾਣੀ ਦੇ ਰੰਗ ਵਿੱਚ ਰੰਗਦੇ ਜਾ ਰਹੇ ਆ। ਅੱਜ ਸਾਨੂੰ ਵਾਪਸ ਮੁੜਨ ਦੀ ਲੋੜ ਹੈ। ਪਰਤ ਆਈਏ ਵਾਪਸ ਇਸ ਫੈਸ਼ਨ ਰੰਗ ਬਰੰਗੀ ਦੁਨੀਆ 'ਚ। ਬਹੁਤ ਦੂਰ ਲੰਘ ਗਏ, ਸਾਡੇ ਘਰਾਂ 'ਚ ਬਾਣਾ ਤੇ ਬਾਣੀ ਨਜ਼ਰ ਨਹੀਂ ਆਉਂਦਾ ਪਿਆ। ਜਿਨ੍ਹਾਂ ਦੇ ਘਰ ਵਿੱਚ ਬਾਣਾ ਤੇ ਬਾਣੀ ਹੈ, ਮੁਬਾਰਕ ਹੈ ਉਹਨਾਂ ਨੂੰ। ਕਈਆਂ ਨੇ ਬੱਚਿਆਂ ਨੂੰ ਵੀ ਇਸ ਰੰਗ ਵਿੱਚ ਰੰਗਿਆ, ਮੁਬਾਰਕ ਹੈ ਉਹਨਾਂ ਨੂੰ। ਪਰ ਜਿਹੜੇ ਆਪ ਵੀ ਨਹੀਂ ਨਾ ਰੰਗੇ ਤੇ ਹਜੇ ਬੱਚਿਆਂ ਨੂੰ ਵੀ ਨਹੀਂ ਰੰਗਿਆ, ਬੇਨਤੀ ਹੈ ਇਹ ਸਮਾਗਮ, ਇਹਨਾਂ ਦੇ ਕੀਤੇ ਹੋਏ ਸਮਾਗਮ ਸਫਲ ਹੋ ਜਾਣਗੇ ਜੇ ਅਸੀਂ ਇਸ ਵਾਰ ਬਾਣੇ ਤੇ ਬਾਣੀ ਦੇ ਰੰਗ ਦੇ ਵਿੱਚ ਆਪ ਵੀ ਰੰਗੀਏ, ਆਪਣੇ ਪਰਿਵਾਰ ਤੇ ਆਪਣੇ ਬੱਚਿਆਂ ਨੂੰ ਵੀ ਇਸ ਰੰਗ ਦੇ ਵਿੱਚ ਰੰਗੀਏ। ਕਮ ਸੇ ਕਮ ਕਹਿਣ ਜੋਗੇ ਤੇ ਹੋ ਜਾਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਕਹਿੰਦੇ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ। ਹੁਣ ਉਹ ਜਿਹੜੇ ਜੀਵਤ ਹਜ਼ਾਰ ਨੇ ਉਹਨਾਂ ਵਿੱਚੋਂ ਦੀ ਦੇਖਾਂਗੇ ਤੇ ਕਿੰਨੇ ਕੁ ਨਜ਼ਰ ਆਉਂਦੇ ਆ। ਇਸ ਲਈ ਸਾਨੂੰ ਪੰਜ ਕਕਾਰ, ਇਹਦੀ ਅਹਿਮੀਅਤ, ਇਹਦਾ ਸਤਿਕਾਰ, ਇਹਦਾ ਪਿਆਰ ਸਾਡੇ ਮਨ ਵਿੱਚ ਜਿਹੜਾ ਬਣਾਉਣਾ ਚਾਹੀਦਾ ਹੈ। ਗੁਰੂ ਸਾਹਿਬ ਕਿਰਪਾ ਕਰਨ, ਇੰਨੇ ਕੁ ਬਾਣੇ ਬਾਣੀ ਦੇ ਰੰਗ ਵਿੱਚ ਰੰਗ ਜਾਈਏ, ਚੜ੍ਹਦੀ ਕਲਾ ਵਾਲਾ ਜੀਵਨ ਜੀਵੀਏ ਕਿ ਕਿਸੇ ਨੂੰ ਪੁੱਛਣਾ ਨਾ ਪਵੇ। ਗੁਰੂ ਸਾਹਿਬ ਨੇ ਕਿਹਾ ਸੀ ਜਿਹੜਾ ਖਾਲਸਾ ਪ੍ਰਗਟ ਕੀਤਾ ਨਾ, ਇੱਕ ਵੀ ਖਲੋਤਾ ਹੋਵੇ ਲੱਖਾਂ ਵਿੱਚ ਤੇ ਉਹਨੂੰ ਪੁੱਛਣਾ ਨਹੀਂ ਪਏਗਾ ਇਹ ਕੌਣ ਹੈ, ਦੇਖ ਕੇ ਹੀ ਕਹਿ ਦੇਣਗੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਹੈ। ਇਹ ਉਹ ਖਾਲਸਾ ਹੈ ਜਿਹਨੂੰ ਮਹਾਰਾਜ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਖਾਲਸਾ ਮੇਰੀ ਜਾਨ ਕੀ ਜਾਨ। ਜਾਨ ਕੀ ਜਾਨ ਦੇ ਅਰਥ ਕੀਤੇ ਸੀ ਇੱਕ ਦਿਨ ਕਿ ਪੁੱਤਰਾਂ ਨਾਲੋਂ ਵੱਧ ਕੇ ਮੈਨੂੰ ਖਾਲਸਾ ਪਿਆਰਾ ਹੈ। ਅਰਦਾਸ ਵਿੱਚ ਪਹਿਲਾਂ ਪੰਜ ਪਿਆਰਿਆਂ ਦਾ ਨਾਮ ਆਉਂਦਾ ਹੈ, ਚਾਰ ਸਾਹਿਬਜ਼ਾਦਿਆਂ ਦਾ ਬਾਅਦ ਵਿੱਚ ਨਾਮ ਆਉਂਦਾ ਹੈ। ਇੰਨਾ ਪਿਆਰ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਹੈ ਤੇ ਫਿਰ ਅਸੀਂ ਮੁਖ ਨਾ ਮੋੜੀਏ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ। ਮੁਕਤੀ ਕਿਤੇ ਨਹੀਂ ਮਿਲਣੀ। ਇਸ ਮਾਰਗ ਤੇ ਤੁਰੋ ਜਿਹੜਾ ਮਾਰਗ ਜਿੱਥੋਂ ਵਿਚਾਰ ਆਰੰਭੀ ਸੀ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਆ ਜਿਹੜਾ ਪੰਥ ਮਹਾਰਾਜ ਨੇ ਚਲਾਇਆ, ਜਿਹਨੂੰ ਅੱਗੇ ਜਾ ਕੇ ਖਾਲਸਾ ਪੰਥ ਦੀ ਮੋਹਰ ਲਾ ਕੇ ਇਹ ਪੰਜ ਕਕਾਰਾਂ ਰੂਪੀ ਡਿਗਰੀ ਸਾਨੂੰ ਦਿੱਤੀ ਹੈ। ਸਿੱਖ ਬਣੀਏ, ਗੁਰਸਿੱਖ ਬਣੀਏ ਤੇ ਗੁਰਸਿੱਖੜੇ ਬਣ ਕੇ, ਗੁਰੂ ਕੇ ਪਿਆਰੇ ਬਣ ਕੇ ਆਪਣਾ ਜੀਵਨ ਜਿਹੜਾ ਉਹ ਸਫਲਾ ਕਰ ਸਕੀਏ। ਇਹ ਅਰਦਾਸ ਬੇਨਤੀ ਕਰੋ ਮਹਾਰਾਜ ਦੇ ਚਰਨਾਂ ਦੇ ਵਿੱਚ ਕਿ ਵਾਹਿਗੁਰੂ ਜੀ ਆ ਬਾਣੇ ਤੇ ਬਾਣੀ ਦਾ ਰੰਗ, ਭਗਤੀ ਦਾ ਰੰਗ ਅੰਦਰ ਕਿਤੇ ਸਾਡੇ ਚੜ ਜਾਏ, ਸਾਡੇ ਇਹ ਸਮਾਗਮ ਸਫਲ ਹੋ ਜਾਣਗੇ। ਇਹ ਬੇਨਤੀ ਕਰੀਏ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਪਰਿਆ ਤਉ ਸ਼ਰਨਾਏ, ਪਰਿਆ ਤਉ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ।
ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਇਹ ਅਰਦਾਸ ਕਰੀਏ ਔਰ ਨਿਆਰਾਪਨ ਆਪਣੇ ਜੀਵਨ ਵਿੱਚ ਬਣਾਉਂਦਿਆਂ ਹੋਇਆਂ ਇਹ ਅਵਸਥਾ ਬਣਾ ਲਈਏ ਕਿ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ, ਹਮਕੋ ਬਨ ਆਈ ਜਾਤ ਪਾਤ ਅਮੀਰੀ ਗਰੀਬੀ, ਹਰ ਧਰਮ ਵਰਨ ਤੋਂ ਉੱਪਰ ਉੱਠ ਕੇ ਅਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਜੁੜ ਕੇ ਲੋਕ ਸੁਖੀਏ, ਪਰਲੋਕ ਸੁਹੇਲੇ ਨਾਨਕ ਹਰ ਪ੍ਰਭ, ਆਪੇ ਮਿਲੇ ਜੀਵਨ ਬਣਾ ਸਕੀਏ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ। ਆਪ ਸਮੁੱਚੀ ਸੰਗਤ ਦਾ, ਗੁਰਮੁਖ ਪਿਆਰਿਆਂ ਦਾ ਧੰਨਵਾਦ ਜੋ ਦੂਸਰੀ ਵਾਰ ਇਸ ਅਸਥਾਨ ਤੇ ਆਪ ਜੀ ਦੇ ਦਰਸ਼ਨ ਦੀਦਾਰੇ ਕਰਵਾਏ। ਗੁਰੂ ਸਾਹਿਬ ਜੀ ਦਾ ਧੰਨਵਾਦ ਜੋ ਤਰਸ ਕਰਕੇ ਇਹ ਬੋਲਣ ਦੀ ਸਮਰੱਥਾ ਬਖਸ਼ਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।